ਅੰਦਾਜ਼ਾ ਹੈ ਕਿ ਮਾਂ ਦੀ ਉਮਰ 60 ਤੋਂ 65 ਸਾਲ ਦੇ ਦਰਮਿਆਨ ਹੀ ਸੀ। ਮਾਂ ਤੇ ਮਾਂ ਵਿੱਚ ਫਰਕ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿ ਹਰ ਮਾਂ ਦੀ ਆਪਣੀ ਵੱਖਰੀ ਵਿਸ਼ੇਸ਼ਤਾ ਹੁੰਦੀ ਹੈ। ਜ਼ਰੂਰੀ ਨਹੀਂ ਕਿ ਹਰ ਮਾਂ ਦੀ ਵਿਸ਼ੇਸ਼ਤਾ ਮਾਣਯੋਗ ਹੀ ਹੋਵੇ। ਮਾਣਯੋਗ ਮਾਵਾਂ ਆਪਣੀ ਔਲਾਦ ਨੂੰ 2 ਵਾਰ ਪੈਦਾ ਕਰਦੀਆਂ ਹਨ। ਪੈਦਾਇਸ਼ ਦੀ ਪਹਿਲੀ ਕਿਰਿਆ ਮੁਤਾਬਕ ਪਸ਼ੂ ਵੀ ਪੈਦਾ ਹੁੰਦੇ ਹਨ ਜਦ ਉਹ ਆਪਣੀ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦੇ ਹਨ। ਪਰ ਪੈਦਾ ਹੋਇਆ ਉਹ ਜੀਵ ਜੰਗਲੀ ਬਣ ਸਕਦਾ ਹੈ ਜੇਕਰ ਪੈਦਾਇਸ਼ ਦੀ ਦੂਜੀ ਕਿਰਿਆ ਦੁਆਰਾ ਉਹ ਇੱਕ ਸਮਾਜਿਕ ਪ੍ਰਾਣੀ ਨਹੀਂ ਬਣ ਜਾਂਦਾ। ਮਾਣਯੋਗ ਮਾਵਾਂ ਦੀ ਔਲਾਦ ਆਪਣੇ ਹੱਕਾਂ ਪ੍ਰਤੀ ਹੀ ਨਹੀਂ ਸਗੋਂ ਕੁਦਰਤ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਸੁਚੇਤ ਹੁੰਦੀ ਹੈ। ਮਾਣਯੋਗ ਮਾਵਾਂ ਦੀ ਔਲਾਦ ਚੁਫੇਰਾ ਰੁਸ਼ਨਾਉਣ ਲਈ ਖੁਦ ਦੀਵੇ ਜਾਂ ਸੜ ਮਰਦੀ ਹੈ। ਮਾਣਯੋਗ ਮਾਵਾਂ ਦੀ ਔਲਾਦ ਇਹ ਇਸ ਸੋਝੀ ਦੀ ਮਾਲਕ ਹੁੰਦੀ ਹੈ ਕਿ ਹੱਕ ਅਤੇ ਇਨਸਾਫ ਮੱਥੇ ਟੇਕਣ ਨਾਲ ਨਹੀਂ ਸਗੋਂ ਮੱਥੇ ਲਾਉਣ ਨਾਲ ਹੀ ਹਾਸਲ ਕੀਤੇ ਜਾ ਸਕਦੇ ਹਨ। ਉਹ ਸ਼ਰਧਾਲੂਆਂ ਦੀਆਂ ਨਹੀਂ ਸ਼ਹੀਦ ਭਗਤ ਸਿੰਘ ਵਰਗੇ ਵਿਦਵਾਨ ਅਤੇ ਇਨਕਲਾਬੀ ਪੁੱਤਰਾਂ ਦੀਆਂ ਮਾਵਾਂ ਹੁੰਦੀਆਂ ਹਨ। ਜ਼ਰੂਰੀ ਨਹੀਂ ਕਿ ਮਾਣਯੋਗ ਮਾਵਾਂ ਪੜ੍ਹੀਆਂ ਲਿਖੀਆਂ ਹੀ ਹੋਣ। ਜ਼ਰੂਰੀ ਨਹੀਂ ਕਿ ਉਹ ਸਮਾਜ ਵਿਗਿਆਨ, ਜੀਵ ਵਿਗਿਆਨ ਅਤੇ ਬ੍ਰਹਿਮੰਡੀ ਗਿਆਨ ਦਾ ਮਹਾਸਾਗਰ ਹੀ ਹੋਣ। ਪਰ ਉਹਨਾਂ ਵਿੱਚ ਇਹ ਵਿਸ਼ੇਸ਼ਤਾ ਜ਼ਰੂਰ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਕਦੇ ਵੀ ਰੁਕਾਵਟ ਨਹੀਂ ਬਣਦੀਆਂ, ਸਗੋਂ ਉਹਨਾਂ ਦੀ ਹਰ ਨਵੀਂ ਸੋਚ ਸਰਗਰਮੀ ਦਾ ਸਮਰਥਨ ਕਰਦੀਆਂ ਹਨ, ਉਹਨਾਂ ਦਾ ਹੌਸਲਾ ਬਣਦੀਆਂ ਹਨ, ਕਿਉਂਕਿ ਉਹ ਬੰਦ ਬੁੱਧੀ ਜਾਂ ਜੜ ਬੁੱਧੀ ਦੀਆਂ ਮਾਲਕਣਾਂ ਨਹੀਂ ਹੁੰਦੀਆਂ। ਸਗੋਂ ਹਰ ਨਵੇਂ ਗਿਆਨ ਦੇ ਸਵਾਗਤ ਲਈ ਉਹਨਾਂ ਦੀ ਬੁੱਧੀ ਦੇ ਸਭ ਬੂਹੇ ਬਾਰੀਆਂ ਹਮੇਸ਼ਾ ਖੁੱਲ੍ਹੇ ਹੀ ਰਹਿੰਦੇ ਹਨ। ਉਹਨਾਂ ਦਾ ਮਨ ਫੁਲਾਦੀ ਫੁੱਲ ਹੁੰਦਾ ਹੈ। ਉਹ ਲੋਕਾਂ ਵਿੱਚ ਆਪਣੇ ਬੱਚਿਆਂ ਦੀ ਬੇਲੋੜੀ ਵਡਿਆਈ ਨਹੀਂ ਕਰਦੀਆਂ, ਆਪਣੇ ਬੱਚਿਆਂ ਦੀਆਂ ਗਲਤੀਆਂ ਉੱਤੇ ਕਦੇ ਪਰਦੇ ਨਹੀਂ ਪਾਉਂਦੀਆਂ, ਆਪਣੀ ਵਿਗੜੀ ਹੋਈ ਔਲਾਦ ਨੂੰ ਲਾਡ ਪਿਆਰ ਦੇ ਕੇ ਸਿਰ ਨਹੀਂ ਚੜਾਉਂਦੀਆਂ, ਉਸ ਤੋਂ ਮਰਨ ਦੀਆਂ ਧਮਕੀਆਂ ਸੁਣ ਕੇ ਹੰਝੂ ਨਹੀਂ ਵਹਾਉਂਦੀਆਂ, ਸਗੋਂ ਅਵਾਰਾ ਪਸ਼ੂ ਸਮਝ ਕੇ ਉਸ ਦੇ ਗਲੋਂ ਰੱਸਾ ਹਟਾ ਦਿੰਦੀਆਂ ਹਨ। ਮਾਣਯੋਗ ਮਾਵਾਂ ਆਪਣੇ ਘਰ ਦੀ ਬੁਨਿਆਦ ਹੁੰਦੀਆਂ ਹਨ। ਉਹਨਾਂ ਦੇ ਕਈ ਹੱਥ ਹੁੰਦੇ ਹਨ ਜਿਨ੍ਹਾਂ ਨਾਲ ਉਹ ਘਰ ਦੇ ਕੰਮਾਂ ਵਿੱਚ ਕਦੇ ਅਧੂਰਾਪਣ ਜਾਂ ਖਿਲਾਰਾ ਨਹੀਂ ਪੈਣ ਦਿੰਦੀਆਂ। ਹਰ ਕੰਮ ਸਮੇਂ ਸਿਰ ਹੁੰਦਾ ਹੈ ਅਤੇ ਘਰ ਵਿੱਚ ਹਰ ਇੱਕ ਵਸਤੂ, ਹਰ ਇੱਕ ਚੀਜ਼ ਥਾਂ ਸਿਰ ਹੁੰਦੀ ਹੈ। ਇਰਾਦਿਆਂ ਵਿੱਚ ਦ੍ਰਿੜਤਾ, ਬੁਰੇ ਤੋਂ ਬੁਰੇ ਵਕਤ ਵਿੱਚ ਵੀ ਕਦੇ ਢੇਰੀ ਨਾ ਢਾਉਣਾ, ਕਦੇ ਹੌਸਲਾ ਨਾ ਛੱਡਣਾ, ਆਪਣੇ ਆਪ ਨੂੰ ਕਦੇ ਕਮਜ਼ੋਰ ਅਤੇ ਬੇਵਸ ਨਾ ਸਮਝਣਾ, ਇਹ ਸਭ ਮੈਨੂੰ ਮਾਂ ਤੋਂ ਹੀ ਮਿਲਿਆ ਹੈ। ਮਾਂ ਪੜ੍ਹਨਾ ਲਿਖਣਾ ਨਹੀਂ ਸੀ ਜਾਣਦੀ, ਪਰ ਫਿਰ ਵੀ ਅਨਪੜ੍ਹਤਾ ਵਿੱਚੋਂ ਉੱਠਣ ਦੀ ਯੋਗਤਾ ਉਸਦੇ ਗੋਡਿਆਂ ਵਿੱਚ ਸੀ। ਬਿਨਾਂ ਸ਼ੱਕ ਉਹ ਬੀਤੀ ਸਾਰੀ ਉਮਰ ਧਰਮ ਸਥਾਨਾਂ ਅਤੇ ਵੱਖੋ ਵੱਖਰੇ ਸਾਧ ਬਾਬਿਆਂ ਦੇ ਡੇਰਿਆਂ ਉੱਤੇ ਮੱਥੇ ਰਗੜਦੀ ਰਹੀ ਹੈ, ਪਰ ਮੱਥੇ ਟੇਕਣ ਅਤੇ ਮੱਥੇ ਲਾਉਣ ਵਿਚਲਾ ਫਰਕ ਉਸ ਨੂੰ ਆਪਣੇ ਪੁੱਤਰ ਦੀ ਸੋਚ ਸਰਗਰਮੀ ਤੋਂ ਸਮਝ ਆਉਣ ਲੱਗ ਪਿਆ ਸੀ। ਜਦ ਕਿ ਮੈਂ ਮਾਂ ਨੂੰ ਕਦੇ ਨਹੀਂ ਸੀ ਆਖਿਆ ਕਿ ਉਹ ਕੀ ਕਰੇ ਅਤੇ ਕੀ ਨਾ ਕਰੇ। ਸਗੋਂ ਮੈਨੂੰ ਸਕੂਨ ਹੈ ਕਿ ਮੈਂ ਕਦੇ ਵੀ ਮਾਂ ਦੇ ਮਨ ਨੂੰ ਠੇਸ ਨਹੀਂ ਸੀ ਪਹੁੰਚਾਈ। ਜਿਨ੍ਹਾਂ ਲਈ ਮਾਂ ਕੋਈ ਬੁੜੀ ਹੁੰਦੀ ਹੈ, ਜਿਨ੍ਹਾਂ ਲਈ ਮਾਂ ਘਰ 'ਚ ਪਈ ਕਿਸੇ ਪੁਰਾਣੀ ਬੇਲੋੜੀ ਅਤੇ ਬੇਕਾਰ ਚੀਜ਼ ਵਰਗੀ ਹੁੰਦੀ ਹੈ, ਉਹਨਾਂ ਬੱਚਿਆਂ ਦੀ ਤਰ੍ਹਾਂ ਮੈਂ ਮਾਂ ਨੂੰ ਕਦੇ ਨਹੀਂ ਸੀ ਆਖਿਆ ਕਿ ਤੈਨੂੰ ਜ਼ਿੰਦਗੀ ਦੀ, ਦੁਨੀਆਦਾਰੀ ਦੀ ਜਾਂ ਨਵੇਂ ਜ਼ਮਾਨੇ ਦੀ ਕੋਈ ਸਮਝ ਹੀ ਨਹੀਂ ਹੈ। ਮੈਨੂੰ ਸਕੂਨ ਹੈ ਕਿ ਮੈਂ ਮਾਂ ਦਾ ਮਨ ਕਦੇ ਨਹੀਂ ਸੀ ਦੁਖਾਇਆ, ਸਗੋਂ ਮੈਂ ਹਮੇਸ਼ਾ ਉਸ ਨੂੰ ਮਾਣ ਵਡਿਆਈ ਹੀ ਦਿੰਦਾ ਰਿਹਾ ਹਾਂ। ਸਰੀਰਕ ਪੱਖ ਤੋਂ ਮਾਂ ਆਪਣੇ ਤੋਂ 10-15 ਸਾਲ ਵੱਡੀ ਉਮਰ ਦੀਆਂ ਬੁੜੀਆਂ ਤੋਂ ਵੀ ਵੱਧ ਬੇਵਸ ਅਤੇ ਕਮਜ਼ੋਰ ਸੀ, ਪਰ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ, ਕਿਉਂਕਿ ਮਾਂ ਨੇ ਕਿਸੇ ਤੋਂ ਹਮਦਰਦੀ ਲੈਣ ਲਈ ਕਦੇ ਵੀ ਕਿਸੇ ਨੂੰ ਮੰਜੇ 'ਚ ਪੈ ਕੇ ਜਾਂ ਬਹਿ ਕੇ ਨਹੀਂ ਸੀ ਦਿਖਾਇਆ। ਸਗੋਂ ਸਭ ਨੂੰ ਉਹ ਬੜੀ ਚੁਸਤੀ ਫੁਰਤੀ ਨਾਲ ਮੁਟਿਆਰਾਂ ਦੀ ਤਰ੍ਹਾਂ ਘਰੇਲੂ ਜ਼ਿੰਮੇਵਾਰੀਆਂ ਸੰਭਾਲਦੀ ਨਜ਼ਰ ਆਉਂਦੀ। ਮੇਰੀਆਂ ਲੱਤਾਂ ਦੇ ਇਲਾਜ ਲਈ ਦੂਰ ਤੱਕ ਭਟਕਦੇ ਹੋਏ ਮਾਂ ਨੇ ਮੈਨੂੰ ਉਸ ਉਮਰ ਤੱਕ ਵੀ ਗੋਦ ਉਠਾਇਆ ਜਿਹੜੀ ਉਮਰ ਵਿੱਚ ਕੋਈ ਬੱਚਾ ਮਾਂ ਦੀ ਗੋਦ ਚੁੱਕਿਆ ਹੋਇਆ ਸ਼ੋਭਦਾ ਹੀ ਨਹੀਂ ਹੁੰਦਾ। ਮਾਂ ਤੋਂ ਸੁਣਿਆ ਹੈ ਕਿ ਮੈਂ ਉਸ ਵਕਤ ਮਾਂ ਦੀ ਗੋਦ ਵਿੱਚ ਹੀ ਹੁੰਦਾ ਸੀ ਜਦ ਡਾਕਟਰ ਮੇਰੇ ਟੀਕੇ ਲਗਾਉਂਦੇ ਜਾਂ ਮੇਰੀਆਂ ਲੱਤਾਂ ਨੂੰ ਬਿਜਲੀਆਂ ਲਗਾਉਂਦੇ ਅਤੇ ਮੈਂ ਚੀਕਦਾ ਹੋਇਆ ਪਾਪਾ ਜੀ ਨੂੰ ਆਵਾਜ਼ਾਂ ਮਾਰਦਾ। ਪਰ ਪਾਪਾ ਜੀ ਦਾ ਮਨ ਇੰਨਾ ਪਤਲਾ ਸੀ ਕਿ ਉਹ ਮੈਨੂੰ ਰੋਂਦਾ ਚੀਕਦਾ ਦੇਖ ਹੀ ਨਹੀਂ ਸੀ ਸਕਦੇ।
ਕਿਧਰੇ ਚਲੇ ਜਾਂਦੇ। ਕਹਿਣ ਦਾ ਭਾਵ ਕਿ ਮੈਨੂੰ ਸੰਭਾਲਣ ਦੀ ਔਖੀਆਂ ਤੋਂ ਔਖੀਆਂ ਪਰਿਸਥਿਤੀਆਂ ਦਾ ਸਾਹਮਣਾ ਕਰਨ ਦੀ ਦਲੇਰੀ ਮਾਂ ਵਿੱਚ ਹੀ ਸੀ। ਫਿਰ ਸਮਾਂ ਆਇਆ ਕਿ ਮਾਂ ਨੇ ਦਾਦੀ ਨੂੰ ਵੀ ਬੱਚਿਆਂ ਵਾਂਗ ਸੰਭਾਲਿਆ। ਉਸਨੇ ਦਾਦੀ ਨੂੰ ਲੋੜ ਅਨੁਸਾਰ ਚੁੱਕ ਕੇ ਇੱਧਰ ਉੱਧਰ ਲਿਜਾਣਾ। ਆਖਰ ਘੱਟੋ ਘੱਟ 1 ਸਾਲ ਮਾਂ ਨੇ ਪਾਪਾ ਜੀ ਨੂੰ ਵੀ ਬੱਚੇ ਦੀ ਤਰ੍ਹਾਂ ਸੰਭਾਲਿਆ ਜਦ ਉਹ ਅਧਰੰਗ ਨਾਲ ਮੰਜੇ ਵਿੱਚ ਪੈ ਗਏ ਸਨ ਅਤੇ ਆਪਣੇ ਆਪ ਪਿਸ਼ਾਬ ਵੀ ਨਹੀਂ ਸੀ ਕਰ ਸਕਦੇ। ਮਾਂ ਨੇ ਮਜ਼ਬੂਤ ਸਰੀਰਾਂ ਵਾਲੇ ਗੱਭਰੂਆਂ ਦੀ ਤਰ੍ਹਾਂ ਪਾਪਾ ਜੀ ਨੂੰ ਸਹਾਰਾ ਦੇ ਕੇ ਤੋਰਨ ਦੀ ਕੋਸ਼ਿਸ਼ ਕਰਨਾ। 10 ਅਗਸਤ 2018 ਨੂੰ ਪਾਪਾ ਜੀ ਨਹੀਂ ਰਹੇ। ਘਰ ਵਿੱਚ ਮੈਂ ਅਤੇ ਮਾਂ ਦੋਵੇਂ ਹੀ ਇਕੱਲੇ ਰਹਿ ਗਏ। ਮੇਰੇ ਜਨਮ ਦਿਨ ਮੌਕੇ ਮਾਂ ਲੱਡੂ ਵੰਡਦੀ ਅਤੇ ਵਿਆਹ ਵਰਗਾ ਮਾਹੌਲ ਬਣਾ ਦਿੰਦੀ। YouTube ਤੋਂ ਉਹਨਾਂ ਰੋਸ ਮੁਜ਼ਾਹਰਿਆਂ ਦੀਆਂ ਵੀਡੀਓਜ਼ ਮੈਂ ਮਾਂ ਨੂੰ ਦਿਖਾਉਂਦਾ ਜਿਨ੍ਹਾਂ ਵਿੱਚ ਉਸਨੇ ਹਿੱਸਾ ਲਿਆ ਹੁੰਦਾ ਸੀ। ਮਕਾਨ ਦੀ ਛੱਤ ਉੱਤੇ ਮਾਂ ਦੀਆਂ ਬੀਜੀਆਂ ਸਬਜ਼ੀਆਂ ਦੇਖ ਕੇ ਅਤੇ ਉਸ ਦੁਆਰਾ ਤਿਆਰ ਕੀਤਾ ਸਵਾਦੀ ਖਾਣਾ ਚੱਖ ਕੇ ਮੈਂ ਆਖਦਾ, ਵਾਹ ਮਾਂ, ਨਹੀਂ ਰੀਸਾਂ। ਅਤੇ ਉਸਨੇ ਵੀ ਅੱਗੋਂ ਆਖਣਾ ਕਿ ਯਾਦ ਕਰਿਆ ਕਰੇਗਾ ਮਾਂ ਨੂੰ। ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਬੀਤੇ ਸਮੇਂ 'ਚ ਲੰਮਾ ਸਮਾਂ ਮੈਨੂੰ ਵੀ ਖੁਰਕ ਦੀ ਸਮੱਸਿਆ ਰਹੀ। ਖੁਰਕ ਨਾਲ ਚਮੜੀ ਥਾਂ ਥਾਂ ਤੋਂ ਖਰਾਬ ਹੁੰਦੀ ਰਹੀ। ਖੁਰਕ ਦੀ ਦਵਾਈ ਵਿੱਚ ਨਾਰੀਅਲ ਤੇਲ ਮਿਲਾ ਕੇ ਮਾਂ ਨੇ ਮੇਰੇ ਪਿੰਡੇ 'ਤੇ ਖੁਰਕ ਵਾਲੀ ਥਾਂ ਲਗਾਉਣਾ ਅਤੇ ਜਿਵੇਂ ਮੈਂ ਕੋਈ ਸਾਲ 6 ਕੁ ਮਹੀਨਿਆਂ ਦਾ ਬੱਚਾ ਹੋਵਾਂ। ਮਾਂ ਨੇ ਦਵਾਈ ਲਗਾਉਣ ਲਈ ਕਦੇ ਮੇਰੀ ਬਾਂਹ ਖਿੱਚ ਲੈਣੀ ਅਤੇ ਕਦੇ ਲੱਤ, ਕਦੇ ਮੂਧਾ ਸੁੱਟ ਲੈਣਾ ਅਤੇ ਕਦੇ ਸਿੱਧਾ। ਹੁਣ ਨਾ ਉਹ ਖੁਰਕ ਰਹੀ ਅਤੇ ਨਾ ਮਾਤਾ। ਮੈਂ ਕਿਤਾਬਾਂ ਵਿੱਚੋਂ ਅਤੇ ਆਪਣੇ ਦਵੰਦਵਾਦੀ ਨਜ਼ਰੀਏ ਦੁਆਰਾ ਸਮਾਜ ਵਿੱਚੋਂ ਜੋ ਵੀ ਗਿਆਨ ਹਾਸਲ ਕਰਦਾ ਸੀ ਉਹ ਅਕਸਰ ਹੀ ਮਾਂ ਨਾਲ ਸਾਂਝਾ ਕਰਦਾ ਸੀ। ਹੈਰਾਨੀ ਹੋਣੀ ਸੁਭਾਵਿਕ ਹੀ ਸੀ ਕਿ ਮੇਰੇ ਜੋ ਸ਼ਬਦ ਅਤੇ ਜੋ ਵਿਚਾਰ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੀ ਰਹਿੰਦੇ ਹਨ। ਮਾਂ ਹੌਲੀ ਹੌਲੀ ਸਭ ਸਮਝਣ ਲੱਗ ਪਈ ਸੀ, ਜਿਸ ਦਾ ਨਤੀਜਾ ਇਹ ਸਾਹਮਣੇ ਆਇਆ ਕਿ ਮਾਂ ਦੇ ਵਿਚਾਰਾਂ ਵਿੱਚ ਤਰਕਸ਼ੀਲਤਾ ਦੀ ਝਲਕ ਪੈਣ ਲੱਗ ਪਈ ਸੀ। ਮਾਂ ਦੀ ਸ਼ਰਧਾਲੂ ਸੋਚ ਲਗਾਤਾਰ ਸੁੰਗੜਦੀ ਜਾ ਰਹੀ ਸੀ। ਉਸਨੇ ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ ਦਾ ਤਿਆਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਸਾਧ ਬਾਬਿਆਂ ਦੀਆਂ ਸਤਸੰਗਾਂ ਵਿੱਚ ਜਾਣਾ ਬੰਦ ਕਰ ਦਿੱਤਾ ਸੀ ਅਤੇ ਅਖੌਤੀ ਪ੍ਰੇਮੀ ਲਾਣੇ ਵੱਲੋਂ ਮੂੰਹ ਮੋੜ ਲਿਆ ਸੀ। ਆਪਣੀਆਂ ਸਹੇਲੀਆਂ ਵਿੱਚ ਮਾਂ ਨੂੰ ਮੈਂ ਇਹ ਕਹਿੰਦੇ ਸੁਣਿਆ ਹੈ ਕਿ ਭੈਣੇ, ਬਥੇਰੀਆਂ ਮਨ ਮਨੌਤਾਂ ਕਰਕੇ ਦੇਖ ਲਈਆਂ ਸਾਰੀ ਉਮਰ, ਬੜੇ ਮੱਥੇ ਟੇਕੇ ਥਾਂ ਥਾਂ, ਪਰ ਕਿਧਰੋਂ ਕੁਝ ਨਹੀਂ ਖੱਟਿਆ। ਇਸ ਵਾਰ ਲੋਕ ਦਿਖਾਵੇ ਲਈ ਮਾਂ ਨੂੰ ਬਿਨਾਂ ਸ਼ੱਕ ਵੋਟ ਪਾਉਣ ਜਾਣਾ ਪਿਆ ਸੀ, ਪਰ ਉਹ ਨੋਟਾ ਦੱਬਾਈ ਕਿ ਸਾਰੇ ਹੀ ਠੱਗ ਲੁਟੇਰੇ ਹੁੰਦੇ ਹਨ। ਮਾਂ ਰਾਜਸੀ ਜਮਾਤ ਵਿਰੁੱਧ ਚੱਲਦੇ ਲੋਕਾਂ ਦੇ ਰੋਸ ਮੁਜ਼ਾਹਰਿਆਂ ਵਿੱਚ ਜ਼ਰੂਰ ਹਿੱਸਾ ਲੈਂਦੀ ਸੀ। ਕਦੇ ਬਿਮਾਰ ਹੋਣ ਦੇ ਬਾਵਜੂਦ ਵੀ ਉਹ ਹਿੱਸਾ ਲੈਂਦੀ ਸੀ। ਹੱਕ ਇਨਸਾਫ ਲਈ ਜੂਝਦੇ ਲੋਕਾਂ ਦੇ ਇਕੱਠ ਵਿੱਚ ਕਿਸੇ ਨੇ ਕਿਹੋ ਜਿਹਾ ਭਾਸ਼ਣ ਦਿੱਤਾ, ਲੋਕਾਂ ਵਿੱਚ ਕਿਹੋ ਜਿਹਾ ਜੋਸ਼, ਉਤਸ਼ਾਹ ਅਤੇ ਹੌਸਲਾ ਸੀ। ਮਾਂ ਘਰ ਆ ਕੇ ਮੈਨੂੰ ਸਭ ਦੱਸਦੀ। ਕਹਿਣ ਦਾ ਭਾਵ ਕਿ ਸਿਆਸਤ, ਸਮਾਜ ਜਾਂ ਧਰਮ ਦੀ ਸਮਝ ਪੱਖੋਂ ਹੁਣ ਮਾਂ ਕਿਸੇ ਵੀ ਭਰਮ ਭੁਲੇਖੇ ਵਿੱਚ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਮਾਂ ਨੂੰ ਆਪਣੇ ਉਹਨਾਂ ਸਗੇ ਸੰਬੰਧੀਆਂ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ ਸੀ ਜਿਨ੍ਹਾਂ ਨਾਲ ਮਿਲ ਕੇ ਉਸਨੇ ਅੱਧੀ ਤੋਂ ਵੱਧ ਉਮਰ ਮੰਦਰਾਂ ਗੁਰਦੁਆਰਿਆਂ ਵਿੱਚ ਮੱਥੇ ਟੇਕਦੇ ਹੋਏ ਕੱਢੀ ਸੀ। ਕਿਉਂਕਿ ਮਨੁੱਖ ਦੁਆਰਾ ਕਮਾਈ ਗਈ ਸਮਾਜਿਕ ਪਛਾਣ ਉਸ ਦੀ ਜ਼ਿੰਦਗੀ ਬਣ ਜਾਂਦੀ ਹੈ। ਪਛਾਣ ਜੋ ਸਾਰੀ ਉਮਰ ਕਮਾਈ ਗਈ ਹੋਵੇ, ਇਸ ਪਛਾਣ ਨੂੰ ਤਿਆਗਣਾ ਉਸ ਲਈ ਆਪਣੀ ਜ਼ਿੰਦਗੀ ਤਿਆਗਣ ਦੀ ਤਰ੍ਹਾਂ ਹੋ ਜਾਂਦਾ ਹੈ। ਭਾਵ ਕਿ ਉਸ ਲਈ ਅਜਿਹਾ ਕਰਨਾ ਆਸਾਨ ਨਹੀਂ ਹੁੰਦਾ। ਮੇਰੇ ਵਿਚਾਰਾਂ ਤੋਂ ਦੋ ਕਿਸਮ ਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇੱਕ ਪਾਸੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਵੱਲ ਮੇਰਾ ਸਿੱਧਾ ਸਪਸ਼ਟ ਇਸ਼ਾਰਾ ਹੁੰਦਾ ਹੈ, ਜੋ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾਉਂਦੇ ਹੋਣ ਜਾਂ ਜਿਹੜੇ ਕੁਝ ਵਿਹਲੜ ਅਤੇ ਪਰਜੀਵੀ ਲੋਕ ਦੂਜੇ ਲੋਕਾਂ ਦੀ ਕਿਰਤ ਕਮਾਈ ਉੱਤੇ ਜੀਣ ਦਾ ਸੰਵਿਧਾਨਕ ਹੱਕ ਰੱਖਦੇ ਹੋਣ। ਦੂਜੇ ਪਾਸੇ ਮੇਰੇ ਵਿਚਾਰ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਜੋ ਮੈਨੂੰ ਅਤੇ ਮੇਰੇ ਵਿਚਾਰਾਂ ਨੂੰ ਕਦੇ ਸਮਝ ਹੀ ਨਹੀਂ ਸਕਦੇ। ਮੇਰੇ ਲਿਖਣ ਬੋਲਣ ਨਾਲ ਬਹੁਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਦੀਆਂ ਰਹੀਆਂ ਹਨ ਅਤੇ ਉਹ ਮੰਦਰ ਗੁਰਦੁਆਰੇ ਜਾਣ ਵਾਲੀ ਮੇਰੀ ਕਿਸੇ ਮਾਸੀ ਚਾਚੀ ਕੋਲ ਮੇਰੇ ਪ੍ਰਤੀ ਇਤਰਾਜ਼ ਪ੍ਰਗਟ ਕਰਦੇ ਰਹੇ ਹਨ। ਇਹ ਧਾਰਮਿਕ ਲਾਣਾ ਕਦੇ ਗੁੱਸੇ ਦਾ ਭਰਿਆ ਮਾਂ ਕੋਲ ਵੀ ਪਹੁੰਚ ਸਕਦਾ ਸੀ। ਸੋ ਮੇਰੇ ਦੁਆਰਾ ਪੁੱਛਣ 'ਤੇ ਮਾਂ ਨੇ ਮੈਨੂੰ ਆਖਿਆ ਸੀ ਕਿ ਉਸ ਨੂੰ ਇਸ ਦੀ ਕੋਈ ਚਿੰਤਾ ਨਹੀਂ, ਕੋਈ ਪਰਵਾਹ ਨਹੀਂ।
ਮਾਂ ਨੇ ਆਖਿਆ ਸੀ ਕਿ ਆ ਜਾਏ ਜਿਸ ਨੇ ਆਉਣਾ ਹੈ, ਮੈਂ ਆਪੇ ਨਿਪਟ ਲੂੰ ਸਭ ਨਾਲ। ਕਿਉਂਕਿ ਘਰ ਵਿੱਚ ਕੋਈ ਬਿਮਾਰ ਮੈਂਬਰ ਜਾਂ ਕੋਈ ਹੋਰ ਸਮੱਸਿਆ ਹੋਣ ਕਾਰਨ ਬੀਤੇ ਸਮੇਂ ਵਿੱਚ ਮਾਂ ਨੇ ਮੰਦਰ ਗੁਰਦੁਆਰੇ ਦੇ ਚੌਧਰੀਆਂ ਨੂੰ ਕਈ ਵਾਰ ਆਖਿਆ ਸੀ ਕਿ ਉਹ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕਰ ਲੈਣ ਜਾਂ ਇਸ ਨੂੰ ਆਪਣੇ ਮੰਦਰ ਗੁਰਦੁਆਰੇ ਦੇ ਅੰਦਰ ਅੰਦਰ ਹੀ ਰੱਖ ਲੈਣ। ਪਰ ਮਾਂ ਦੀ ਕਦੇ ਕਿਸੇ ਨੇ ਨਹੀਂ ਸੀ ਸੁਣੀ, ਸਗੋਂ ਇਹਨਾਂ ਲੋਕਾਂ ਨੇ ਹਮੇਸ਼ਾ ਦੀ ਤਰ੍ਹਾਂ ਹੀ ਸੁਬਾਹ ਸ਼ਾਮ ਦੀ ਸ਼ਾਂਤੀ ਦਾ ਕਤਲੇਆਮ ਕਰਨਾ ਜਾਰੀ ਰੱਖਿਆ। ਇਹ ਲੋਕ ਹਿੱਕ ਠੋਕ ਕੇ ਆਪਣੀ ਅਨਪੜ੍ਹਤਾ ਦਾ ਪ੍ਰਮਾਣ ਦਿੰਦੇ ਰਹੇ ਅਤੇ ਆਪਣੀ ਅਕਲ ਦਾ ਜਨਾਜ਼ਾ ਕੱਢਦੇ ਰਹੇ। ਮਾਂ ਕਦੇ ਮੇਰੇ ਤੋਂ ਵੱਖ ਨਹੀਂ ਸੀ ਹੁੰਦੀ। ਜੇਕਰ ਕਦੇ ਕਿਸੇ ਭਾਰੀ ਮਜਬੂਰੀ ਕਾਰਨ ਕਿਸੇ ਰਿਸ਼ਤੇਦਾਰੀ ਵਿੱਚ ਰਾਤ ਰਹਿਣਾ ਪੈ ਜਾਂਦਾ ਤਦ ਉਸਨੇ ਫ਼ੋਨ ਕਰਕੇ ਪੁੱਛਦੇ ਰਹਿਣਾ ਕਿ ਮੈਂ ਕੁਝ ਖਾਧਾ ਪੀਤਾ ਹੈ ਜਾਂ ਨਹੀਂ। ਹੁਣ ਕਦੇ ਨਹੀਂ ਆਉਣਾ ਮਾਂ ਨੇ ਮੇਰੇ ਕੋਲ, ਨਾ ਹੀ ਉਸਨੇ ਫ਼ੋਨ ਕਰਕੇ ਕਦੇ ਮੇਰੀ ਸਾਰ ਲੈਣੀ ਹੈ। 15 ਅਪ੍ਰੈਲ ਦੀ ਰਾਤ ਨੂੰ ਮੈਂ 3-4 ਵਾਰ ਉੱਠ ਕੇ ਮਾਂ ਨੂੰ ਦੇਖਿਆ ਸੀ ਕਿ ਉਹ ਸੁੱਤੀ ਪਈ ਹੈ ਜਾਂ ਕਿਸੇ ਬੇਚੈਨੀ ਨਾਲ ਜੂਝ ਰਹੀ ਹੈ। 16 ਅਪ੍ਰੈਲ ਸਵੇਰ 4 ਵਜੇ ਮੈਂ ਮਾਂ ਨੂੰ ਆਖਰੀ ਵਾਰ ਉਸ ਹਾਲਤ ਵਿੱਚ ਦੇਖਿਆ ਸੀ ਜਦ ਉਹ ਮੈਨੂੰ ਦੇਖ ਸੁਣ ਸਕਦੀ ਸੀ। ਉਸ ਦਾ ਅਚਾਨਕ ਸਾਹ ਚੜ੍ਹ ਗਿਆ। ਦਮ ਘੁੱਟਣ ਦੀ ਹਾਲਤ ਵਿੱਚ ਤੜਫਦੀ ਹੋਈ ਉਹ ਕਦੇ ਬੈਠਦੀ ਕਦੇ ਲੇਟ ਜਾਂਦੀ। ਮੈਂ ਬੇਵੱਸ ਖੜਾ ਦੇਖਦਾ ਰਿਹਾ। ਕੀ ਕਰਾਂ, ਮਾਂ ਦੇ ਮੂੰਹੋਂ ਸ਼ਬਦ ਨਿਕਲੇ ਸਨ। ਮੈਂ ਮਾਂ ਨੂੰ ਲੰਮਾ ਸਾਹ ਖਿੱਚਣ ਲਈ ਆਖਿਆ ਪਰ ਉਸਨੇ ਸਿਰ ਹਿਲਾ ਕੇ ਜਵਾਬ ਦਿੱਤਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ। ਆਖਰ ਮਾਂ ਸੱਜੇ ਕੰਨ ਭਰ ਲੇਟ ਗਈ। ਉਸ ਦੇ ਮੱਥੇ ਤੇ ਮੁੜਕਾ ਆ ਗਿਆ ਤੇ ਅੱਖਾਂ ਪਥਰਾ ਗਈਆਂ ਸਨ। 4 ਕੁ ਮਿੰਟ ਤੜਫਣ ਤੋਂ ਬਾਅਦ ਮਾਂ ਹਮੇਸ਼ਾ ਲਈ ਸ਼ਾਂਤ ਹੋ ਗਈ। ਮੈਂ ਕੁਝ ਨਹੀਂ ਕਰ ਸਕਿਆ। ਮੈਂ ਉਸ ਦਾ ਗੁਰਜੀਤ ਉਸ ਲਈ ਕੁਝ ਨਹੀਂ ਕਰ ਸਕਿਆ। ਜਿਸ ਤੋਂ ਵੱਖ ਹੋਣਾ ਉਸ ਨੂੰ ਕਦੇ ਮਨਜ਼ੂਰ ਨਹੀਂ ਸੀ। ਤੜਫ ਕੇ ਦਮ ਤੋੜਦੀ ਮਾਂ ਦਾ ਉਹ ਚਿਹਰਾ ਮੈਨੂੰ ਸਾਰੀ ਉਮਰ ਨਹੀਂ ਭੁੱਲ ਸਕਦਾ। ਕਿਸੇ ਵੀ ਧਰਮ ਜਾਂ ਕਿਸੇ ਵੀ ਧਾਰਮਿਕ ਕਰਮਕਾਂਡ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਪਰ ਇਹਨਾਂ ਨਾਲ ਸੰਬੰਧਿਤ ਲੋਕਾਂ ਨਾਲ ਮੇਰਾ ਅਟੁੱਟ ਸੰਬੰਧ ਹੈ। ਅਸੀਂ ਬਾਲਗ ਹੋ ਚੁੱਕੇ ਪਰ ਸਾਡਾ ਨਾਬਾਲਗ ਸਮਾਜ ਅੱਜ ਵੀ ਆਪਣਾ ਬਚਪਨ ਭੋਗ ਰਿਹਾ ਹੈ, ਗੁੱਡੀਆਂ ਪਟੋਲੇ ਖੇਡ ਰਿਹਾ ਹੈ। ਮਾਂ ਦੀ ਅਰਥੀ ਉਠਾਉਣ ਤੋਂ ਪਹਿਲਾਂ ਉਸ ਨੂੰ ਕਿਰਾਇਆ ਦੇਣ ਦੀ ਰਸਮ ਨਿਭਾਈ ਗਈ। ਮੰਨਣਾ ਹੈ ਕਿ ਇਹ ਕਿਰਾਇਆ ਜਮਰਾਜ ਦੇ ਕਿਸੇ ਉਸ ਆਵਾਜਾਈ ਦੇ ਸਾਧਨ ਦਾ ਸੀ ਜਿਸ ਨੇ ਮਾਂ ਨੂੰ ਮੇਰੇ ਤੋਂ ਹਮੇਸ਼ਾ ਲਈ ਦੂਰ ਲੈ ਕੇ ਜਾਣਾ ਸੀ। ਇਹ ਕਿਰਾਇਆ ਦੇਣ ਦੀ ਰਸਮ ਬਾਅਦ ਦਸਤੂਰ ਨਿਭਾਉਣ ਵਾਲੇ ਲੋਕਾਂ ਨੂੰ ਕਦੇ ਕਿਸੇ ਮ੍ਰਿਤਕ ਦੇਹ ਨੇ ਨਹੀਂ ਆਖਿਆ ਕਿ ਉਸ ਨੂੰ ਸਫ਼ਰ ਲਈ ਕਿਰਾਇਆ ਦੇਵੋ। ਜੇਕਰ ਅਜਿਹਾ ਹੁੰਦਾ ਤਦ ਜਿਉਂਦੇ ਬੰਦੇ ਨੂੰ ਫੂਕਣ ਲਈ ਉਸ ਨੂੰ ਅਰਥੀ ਉੱਤੇ ਚੁੱਕਣ ਦਾ ਕੀ ਅਰਥ ਰਹਿ ਜਾਂਦਾ ਹੈ। ਸੋ ਸੰਭਵ ਹੈ ਕਿ ਇਹਨਾਂ ਲੋਕਾਂ ਦਾ ਜਮਰਾਜ ਦੇ ਡਰਾਈਵਰ ਨਾਲ ਚੰਗਾ ਮਿਲਵਰਤਨ ਹੋਵੇਗਾ। ਬਸ ਕਹਿ ਲਵੋ ਘਰ ਵਾਲੀ ਹੀ ਗੱਲਬਾਤ ਹੋਵੇਗੀ। ਜੇਕਰ ਅਜਿਹਾ ਹੈ ਤਦ ਸਪਸ਼ਟ ਹੈ ਕਿ ਇਹ ਕਿਰਾਇਆ ਮਾਂ ਨੂੰ ਵਾਪਸ ਲਿਆਉਣ ਲਈ ਵੀ ਦਿੱਤਾ ਜਾ ਸਕਦਾ ਸੀ, ਜੋ ਕਿ ਨਹੀਂ ਦਿੱਤਾ ਗਿਆ। ਕੀ ਉੱਥੇ ਕੋਈ ਨਹੀਂ ਸੀ ਚਾਹੁੰਦਾ ਕਿ ਮੇਰੀ ਮਾਂ ਵਾਪਸ ਆਵੇ? ਜਾਂ ਫਿਰ ਕੀ ਇਹਨਾਂ ਲੋਕਾਂ ਦੀ ਬੇਵਸੀ ਇਸ ਤਰ੍ਹਾਂ ਸਮਝ ਲਈ ਜਾਵੇ ਕਿ ਇਹਨਾਂ ਨੂੰ ਕਿਰਾਇਆ ਵਸੂਲਣ ਵਾਲਾ ਜਮਰਾਜ ਦਾ ਉਹ ਡਰਾਈਵਰ ਮਿਲਿਆ ਹੀ ਨਹੀਂ ਹੋਵੇਗਾ? ਜੇਕਰ ਉਹ ਨਹੀਂ ਮਿਲਿਆ ਫਿਰ ਲੋਕਾਂ ਤੋਂ ਇਕੱਠਾ ਕੀਤਾ ਕਿਰਾਇਆ ਕਿਸ ਨੂੰ ਦਿੱਤਾ ਗਿਆ ਅਤੇ ਕਿਉਂ? ਮੈਂ ਬਾਅਦ ਵਿੱਚ ਆਪਣਾ ਮਨ ਇਹ ਸੋਚ ਕੇ ਸਮਝਾ ਲਿਆ ਸੀ ਕਿ ਜਿਸ ਨੂੰ ਇਹ ਲੋਕ ਕਿਰਾਇਆ ਆਖਦੇ ਹਨ ਅਸਲ ਵਿੱਚ ਉਹ ਕਿਸੇ ਉਸ ਮਾਈ ਦੀ ਮਿਹਨਤ ਦਾ ਮੁੱਲ ਹੋਵੇਗਾ ਜਿਸ ਨੇ ਦੁੱਖ ਦੀ ਘੜੀ ਦੌਰਾਨ ਸਾਡੇ ਘਰ ਝਾੜੂ ਮਾਰਿਆ ਹੋਵੇਗਾ ਜਾਂ ਭਾਂਡੇ ਮਾਂਜੇ ਹੋਣਗੇ। ਪਰ ਪਿੱਛੋਂ ਪਤਾ ਚੱਲਿਆ ਕਿ ਉਸ ਮਾਈ ਦੀ ਦਿਹਾੜੀ ਅਲੱਗ ਸੀ, 2 ਦਿਨਾਂ ਦਾ 500। ਫਿਰ ਇਹ ਕਿਰਾਇਆ ਕਿਉਂ ਅਤੇ ਕਿਸ ਲਈ ਸੀ? ਮੈਨੂੰ ਇਹ ਰਸਮ ਇਸ ਤਰ੍ਹਾਂ ਲੱਗੀ ਕਿ ਜਿਸ ਵਕਤ ਮੈਂ ਅਤੇ ਮੇਰੇ ਆਪਣੇ ਮਾਂ ਦੇ ਵਿਛੋੜੇ ਵਿੱਚ ਭੁੱਬਾਂ ਮਾਰ ਰਹੇ ਹੋਈਏ, ਉਸੇ ਵਕਤ ਕੁਝ ਨੰਨੇ ਬੱਚਿਆਂ ਨੇ ਆ ਕੇ ਸਾਨੂੰ ਆਖਿਆ ਹੋਵੇ ਕਿ ਪਰੇ ਹਟੋ, ਅਸੀਂ ਆਪਣੇ ਗੁੱਡਾ ਗੁੱਡੀ ਦਾ ਵਿਆਹ ਕਰਨਾ ਹੈ।
ਕੀ ਤੁਸੀਂ ਸਮਝ ਸਕਦੇ ਹੋ ਮੇਰੀ ਮਨੋਦਸ਼ਾ? ਨਹੀਂ ਸਮਝ ਸਕਦੇ ਤਦ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰ ਮੈਨੂੰ ਸਮਝ ਲੈਣਗੀਆਂ। ਇਹ ਵਿਆਖਿਆ ਕਰਨ ਦੀ ਲੋੜ ਨਹੀਂ ਹੈ ਕਿ ਸਮਾਜ ਵਿੱਚ ਕੀ ਕੁਝ ਕਿਵੇਂ ਚੱਲਦਾ ਹੈ, ਸਗੋਂ ਸਵਾਲ ਇਹ ਹੈ ਕਿ ਜੋ ਕੁਝ ਇੱਥੇ ਚੱਲ ਰਿਹਾ ਹੈ ਉਸ ਦੀ ਲੋਕਾਂ ਨੂੰ ਕੀ ਲੋੜ ਹੈ। ਮਰਗਤ ਵਾਲੇ ਘਰ ਸਹਿਜ ਪਾਠ ਰੱਖਣਾ, ਕਿਸੇ ਪ੍ਰਮਾਤਮਾ ਅੱਗੇ ਅਰਦਾਸਾਂ, ਭੋਗ ਦੀਆਂ ਰਸਮਾਂ ਵਗੈਰਾ, ਇਸ ਸਭ ਦੀ ਬੁਨਿਆਦ ਕਿਸੇ ਆਤਮਾ ਦੀ ਮਨਮਨੌਤ ਹੈ। ਮਰਗਤ 'ਤੇ ਕੀਤੇ ਜਾਣ ਵਾਲੇ ਧਾਰਮਿਕ ਕਰਮਕਾਂਡ ਕੇਵਲ ਤਦ ਹੀ ਜਾਇਜ਼ ਠਹਿਰਾਏ ਜਾ ਸਕਦੇ ਹਨ ਜੇਕਰ ਇਸ ਤੋਂ ਪਹਿਲਾਂ ਆਤਮਾ ਦੀ ਹੋਂਦ ਨੂੰ ਸਿੱਧ ਕੀਤਾ ਜਾਵੇ। ਇਹ ਭਰੋਸਾ ਕੀਤਾ ਜਾਂਦਾ ਹੈ ਕਿ ਇਹ ਧਾਰਮਿਕ ਪੂਜਾ ਪਾਠ ਮਰ ਚੁੱਕੇ ਇਨਸਾਨ ਦੀ ਆਤਮਿਕ ਸ਼ਾਂਤੀ ਲਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸੱਪ ਲੰਘੇ ਤੋਂ ਲਕੀਰ ਕੁੱਟਣ ਤੋਂ ਇਲਾਵਾ ਭਲਾ ਹੋਰ ਕੀ ਹੈ। ਕੋਈ ਮਨੁੱਖ ਸਾਰੀ ਉਮਰ ਦੁੱਖ ਭੋਗਦਾ ਰਿਹਾ ਹੋਵੇ, ਪਰ ਜਦ ਉਹ ਜ਼ਿੰਦਗੀ ਅੱਗੇ ਹਾਰ ਜਾਏ, ਉਮਰ ਤੋਂ ਪਹਿਲਾਂ ਹੀ ਮਰ ਜਾਏ, ਤਦ ਇਹ ਧਾਰਮਿਕ ਖੇਡ ਖਿਡੌਣਿਆਂ ਦਾ ਬਾਜ਼ਾਰ ਸਰਗਰਮ ਹੋ ਜਾਂਦਾ ਹੈ। ਕੁਝ ਵੀ ਸਿੱਧ ਕਰਨ ਲਈ ਦੁਨੀਆ 'ਤੇ 5 ਤਰ੍ਹਾਂ ਦੇ ਪ੍ਰਮਾਣ ਹੁੰਦੇ ਹਨ: ਸ਼ਬਦ ਪ੍ਰਮਾਣ, ਉਪਮਾ ਪ੍ਰਮਾਣ, ਅਨੁਮਾਨ ਪ੍ਰਮਾਣ, ਬਹੁਮਤ ਪ੍ਰਮਾਣ ਤੇ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਦੇ ਆਧਾਰ 'ਤੇ ਆਤਮਾ ਦੀ ਹੋਂਦ ਨੂੰ ਸਿੱਧ ਕਰਨ ਵਾਲਾ ਕੋਈ ਮਹਾਂਪੁਰਖ ਜੇਕਰ ਸਿੱਖ ਹੋਵੇਗਾ ਤਦ ਮੈਂ ਅੰਮ੍ਰਿਤ ਛਕ ਲਵਾਂਗਾ, ਜੇਕਰ ਉਹ ਕੋਈ ਮੁਸਲਮਾਨ ਹੋਵੇਗਾ ਤਦ ਮੈਂ ਆਪਣੀਆਂ ਮੁੱਛਾਂ ਮਨਵਾ ਦੇਵਾਂਗਾ, ਕੋਈ ਬ੍ਰਾਹਮਣ ਹੋਵੇਗਾ ਤਦ ਮੈਂ ਆਪਣਾ ਮੂੰਹ ਸਿਰ ਮਨਵਾ ਕੇ ਬੋਦੀ ਰੱਖ ਲਵਾਂਗਾ, ਜੋ ਕਿ ਮੇਰੇ ਲਈ ਖੁਦਕੁਸ਼ੀ ਕਰਨ ਦੇ ਬਰਾਬਰ ਹੋਵੇਗਾ। ਮੈਂ ਆਪਣੇ ਅਧਿਐਨ ਪੜਤਾਲ ਅਤੇ ਜ਼ਿੰਦਗੀ ਦੇ ਤਜਰਬਿਆਂ ਦੇ ਆਧਾਰ 'ਤੇ ਅਕਸਰ ਆਖਦਾ ਹਾਂ ਕਿ ਕੋਈ ਆਤਮਾ ਪਰਮਾਤਮਾ ਨਹੀਂ ਹੈ। ਬੱਚਿਆਂ ਵਾਲੇ ਖੇਡ ਖਿਡੌਣੇ ਛੱਡ ਕੇ ਬੰਦੇ ਬਣੋ। ਮਾਂ 20-30 ਸਾਲ ਹੋਰ ਜੀ ਸਕਦੀ ਸੀ, ਪਰ ਦੇਸ਼ ਦੇ ਲੋਕ ਵਿਰੋਧੀ ਢਾਂਚੇ ਨੇ ਉਸ ਨੂੰ ਕਤਲ ਕਰ ਦਿੱਤਾ। ਇਸ ਕਾਤਲ ਢਾਂਚੇ ਦੇ ਸਹਿਯੋਗੀ ਉਹ ਲੋਕ ਵੀ ਹਨ ਜਿਹੜੇ ਲੱਖਾਂ ਦੀ ਆਮਦਨ ਵਾਲੇ ਮੰਦਰ ਗੁਰਦੁਆਰਿਆਂ ਦੇ ਦਾਨੀ ਸੱਜਣਾਂ ਦੀ ਸੂਚੀ ਵਿੱਚ ਸ਼ਾਮਲ ਹੁੰਦੇ ਹਨ, ਪਰ ਆਪਣੀ ਗਲੀ ਪੱਕੀ ਕਰਨ ਲਈ ਸਰਕਾਰੀ ਗ੍ਰਾਂਟ ਉਡੀਕਦੇ ਹਨ। ਪੰਚਾਂ, ਸਰਪੰਚਾਂ ਅਤੇ ਸਰਕਾਰਾਂ ਨੂੰ ਕੋਸਦੇ ਰਹਿੰਦੇ ਹਨ। ਮੈਂ ਆਖਦਾ ਹਾਂ ਕਿ ਮਾਂ ਦਾ ਕਤਲ ਹੋਇਆ ਹੈ ਅਤੇ ਸਪਸ਼ਟ ਵੀ ਕਰਾਂਗਾ ਇਹ ਕਤਲ ਕਿਸ ਤਰ੍ਹਾਂ ਹੋਇਆ ਹੈ। ਇਹ ਮੇਰਾ ਨਿੱਜੀ ਰੋਣਾ ਨਹੀਂ ਹੈ। ਇਹ ਕਤਲ ਦਿਨ ਦਿਹਾੜੇ ਹੁੰਦੇ ਹਨ। ਕਦੇ ਮੇਰੀ ਵਾਰੀ ਆ ਸਕਦੀ ਹੈ ਅਤੇ ਕਦੇ ਤੁਹਾਡੀ ਵੀ। ਦੇਖੋ, ਮੇਰੇ ਇਹ ਸ਼ਬਦ ਸੁਣ ਕੇ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ, ਸਗੋਂ ਤੁਹਾਡੇ ਅਨੁਸਾਰ ਮਾਂ ਦੇ ਸਦਮੇ ਕਾਰਨ ਕਾਮਰੇਡ ਦਿਮਾਗੀ ਸੰਤੁਲਨ ਗਵਾ ਬੈਠਿਆ ਹੈ, ਜਿਸ ਕਰਕੇ ਕੁਝ ਵੀ ਬੋਲੀ ਜਾ ਰਿਹਾ ਹੈ। ਅਜਿਹਾ ਕਿਉਂ? ਕਿਉਂਕਿ ਦੋਗਲਾਪਣ ਅਤੇ ਮੁਰਦਾ ਸ਼ਾਂਤੀ ਤੁਹਾਡੀਆਂ ਖੋਪੜੀਆਂ ਵਿੱਚ ਘਰ ਕਰ ਚੁੱਕੀ ਹੈ। ਤੁਹਾਡੇ ਮੁਤਾਬਕ ਮਨੁੱਖ ਬੇਵਸ ਹੈ। ਜੋ ਵਾਪਰਨਾ ਹੁੰਦਾ ਹੈ ਉਹ ਅੱਗੇ ਹੀ ਕਿਧਰੇ ਲਿਖਿਆ ਪਿਆ ਹੁੰਦਾ ਹੈ। ਕੌਣ ਕਿੱਥੇ ਕੀ ਲਿਖ ਰਿਹਾ ਹੈ, ਇਹ ਸਭ ਜਾਣਨ ਦੀ ਲੋੜ ਤੁਸੀਂ ਕਦੇ ਨਹੀਂ ਸਮਝਦੇ, ਨਾ ਹੀ ਤੁਹਾਡੇ ਵਡੇਰਿਆਂ ਨੇ ਕਦੇ ਸਮਝੀ ਹੈ। ਇੱਕ ਪਾਸੇ ਆਖਦੇ ਹੋ ਕਿ ਤੁਹਾਡੇ ਰੱਬ ਦੀ ਮਰਜ਼ੀ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ, ਪਰ ਦੂਜੇ ਪਾਸੇ ਸੜਕ ਪਾਰ ਕਰਨ ਤੋਂ ਪਹਿਲਾਂ ਸੱਜੇ ਖੱਬੇ ਜ਼ਰੂਰ ਦੇਖਦੇ ਹੋ। ਲੋਕਾਂ ਦੀ ਸੋਚ ਵਿੱਚ, ਆਗੂਆਂ ਦੀ ਕਹਿਣੀ ਕਰਨੀ ਵਿੱਚ, ਇੱਥੋਂ ਤੱਕ ਕਿ ਦੇਸ਼ ਦੇ ਸੰਵਿਧਾਨ ਵਿੱਚ ਪਲਦਾ ਦੋਗਲਾਪਣ ਸਮਾਜ ਦਾ ਬੇੜਾ ਗਰਕ ਕਰਨ ਲਈ ਜ਼ਿੰਮੇਵਾਰ ਹੈ। ਕਬੂਤਰ ਦੇ ਅੱਖਾਂ ਬੰਦ ਕਰਨ ਨਾਲ ਉਸ 'ਤੇ ਮੰਡਰਾਉਂਦਾ ਬਿੱਲੀ ਦਾ ਖਤਰਾ ਕਦੇ ਟਲ ਨਹੀਂ ਜਾਂਦਾ। ਜਿਸ ਤਰ੍ਹਾਂ ਆਪਣੀਆਂ ਸਮੱਸਿਆਵਾਂ ਨੂੰ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਤੁਸੀਂ ਜਾਣਦੇ ਪਛਾਣਦੇ ਹੋ, ਠੀਕ ਉਸ ਤਰ੍ਹਾਂ ਹੀ ਇਹਨਾਂ ਦੇ ਕਾਰਨਾਂ ਨੂੰ ਵੀ ਜਾਣਿਆ ਪਛਾਣਿਆ ਜਾ ਸਕਦਾ ਹੈ। ਇਹਨਾਂ ਵਿੱਚ ਤੁਹਾਡੇ ਕਿਸੇ ਰੱਬ ਦੀ ਕੋਈ ਭੂਮਿਕਾ ਨਹੀਂ ਹੈ, ਕਿਉਂਕਿ ਤੁਹਾਡੀਆਂ ਸਮੱਸਿਆਵਾਂ ਦੀ ਹੋਂਦ ਹੈ, ਪਰ ਤੁਹਾਡੇ ਰੱਬ ਦੀ ਕੋਈ ਹੋਂਦ ਨਹੀਂ ਹੈ ਜੋ ਤੁਹਾਡੇ ਭਲੇ ਬੁਰੇ ਦੀ ਜ਼ਿੰਮੇਵਾਰੀ ਉਠਾ ਸਕਦਾ ਹੋਵੇ। ਜਿਸ ਤਰ੍ਹਾਂ ਨੰਗੀਆਂ ਅੱਖਾਂ ਨਾਲ ਕਦੇ ਕੋਈ ਸੂਰਜ ਨਹੀਂ ਦੇਖ ਸਕਦਾ, ਇਸ ਤਰ੍ਹਾਂ ਡਰੇ ਸਹਿਮੇ ਅਤੇ ਆਲਸੀ ਲੋਕਾਂ ਵਿੱਚ ਜੀਵਨ ਦੇ ਯਥਾਰਥ ਨੂੰ, ਜ਼ਿੰਦਗੀ ਦੀ ਹਕੀਕਤ ਨੂੰ ਦੇਖਣ ਦੀ ਯੋਗਤਾ ਅਤੇ ਹੌਸਲਾ ਨਹੀਂ ਹੁੰਦਾ, ਜਿਸ ਕਰਕੇ ਉਹ ਕੁਦਰਤ ਨੂੰ, ਜ਼ਿੰਦਗੀ ਨੂੰ ਅਤੇ ਸਮਾਜ ਨੂੰ ਹਮੇਸ਼ਾ ਭਰਮਜਾਲ ਦਾ ਚਸ਼ਮਾ ਲਾ ਕੇ ਹੀ ਦੇਖਦੇ ਹਨ। ਇਸ ਭਰਮਜਾਲ ਦੇ ਚਸ਼ਮੇ ਦਾ ਸ਼ੀਸ਼ਾ ਕਿਸਮਤ, ਸੰਜੋਗ, ਹੱਥ ਮੱਥੇ ਦੀ ਲਿਖਤ ਜਾਂ ਕਿਸੇ ਰੱਬ ਦੀ ਮਰਜ਼ੀ ਦੇ ਭਰਮ ਦਾ ਹੀ ਬਣਿਆ ਹੁੰਦਾ ਹੈ। ਪਰ ਜੇਕਰ ਇਹ ਭਰਮਜਾਲ ਦਾ ਚਸ਼ਮਾ ਹਟਾ ਕੇ ਤੁਸੀਂ ਹਕੀਕੀ ਦੁਨੀਆ ਨੂੰ ਦੇਖੋਗੇ, ਤਦ ਜਾਣੋਗੇ ਕਿ ਲੋਕਾਂ ਨਾਲ ਬੇਇਨਸਾਫੀ ਕੇਵਲ ਜੋਕਾਂ ਦੇ ਰਾਜ ਵਿੱਚ ਹੀ ਹੁੰਦੀ ਹੈ। ਲੋਕਾਂ ਤੋਂ ਮੇਰਾ ਭਾਵ ਜੋ ਹਮੇਸ਼ਾ ਆਪਣੇ ਦਸਾਂ ਨਹੁੰਆਂ ਦੀ ਕਿਰਤ ਦੇ ਹੀ ਮਾਲਕ ਹੁੰਦੇ ਹਨ, ਪਰ ਕਦੇ ਵੀ ਕਿਸੇ ਦੂਜੇ ਕਿਰਤੀ ਇਨਸਾਨ ਦੇ ਮਾਲਕ ਨਹੀਂ ਹੁੰਦੇ।
ਦੂਜੇ ਪਾਸੇ ਜੋਕਾਂ ਤੋਂ ਮੇਰਾ ਭਾਵ ਉਹਨਾਂ ਵਿਹਲੜ ਅਤੇ ਪਰਜੀਵੀ ਲੋਕਾਂ ਤੋਂ ਹੈ ਜੋ ਨਿੱਜੀ ਸੁੱਖ ਸਹੂਲਤਾਂ ਲਈ ਦੂਜੇ ਕਿਰਤੀ ਲੋਕਾਂ ਦੀ ਕਮਾਈ ਉੱਤੇ ਜੀਣ ਦਾ ਸੰਵਿਧਾਨਕ ਹੱਕ ਰੱਖਦੇ ਹਨ। ਲੁਟੇਰੀਆਂ ਜੋਕਾਂ ਦੇ ਰਾਜ ਨੂੰ ਸਮਝਣ ਲਈ ਮੈਂ ਤੁਹਾਨੂੰ ਸਿਹਤ ਸਹੂਲਤਾਂ ਦੇ ਸੰਬੰਧ ਵਿੱਚ 4 ਪਛਾਣ ਚਿੰਨ੍ਹ ਦੱਸਦਾ ਹਾਂ। ਜੋਕਾਂ ਦੇ ਰਾਜ ਦੀ ਪਹਿਲੀ ਪਛਾਣ ਇਹ ਹੈ ਕਿ ਇਹ ਬੇਰੁਜ਼ਗਾਰੀ ਅਤੇ ਮੁਨਾਫਾਖੋਰੀ ਉੱਤੇ ਹੀ ਟਿਕਿਆ ਹੁੰਦਾ ਹੈ। ਸੋ ਆਪਣਾ ਟੱਬਰ ਪਾਲਣ ਲਈ ਕੋਈ ਵੀ ਬੰਦਾ ਡਾਕਟਰ ਬਣ ਕੇ ਬੈਠ ਜਾਂਦਾ ਹੈ, ਜਿਸ ਕੋਲ ਕੋਈ ਡਾਕਟਰੀ ਗਿਆਨ ਹੋਵੇ ਹੀ ਨਾ। ਦੂਜੀ ਪਛਾਣ ਮੁਤਾਬਕ ਕੁਝ ਡਾਕਟਰ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ ਆਪਣੇ ਵਿਸ਼ੇ ਦਾ ਥੋੜ੍ਹਾ ਬਹੁਤ ਗਿਆਨ ਹੁੰਦਾ ਹੈ, ਪਰ ਉਹਨਾਂ ਕੋਲ ਲੋੜੀਂਦੀ ਦਵਾਈ ਅਤੇ ਸਾਧਨ ਹੀ ਨਹੀਂ ਹੁੰਦੇ ਜਿਸ ਨਾਲ ਉਹ ਮਰੀਜ਼ਾਂ ਦਾ ਇਲਾਜ ਕਰ ਸਕਣ। ਤੀਜੀ ਪਛਾਣ ਕੁਝ ਅਜਿਹੇ ਹਸਪਤਾਲ ਹੁੰਦੇ ਹਨ ਜੋ ਮਰੀਜ਼ ਨੂੰ ਅੱਗੇ ਤੋਂ ਅੱਗੇ ਭੇਜਣ ਦਾ ਹੀ ਕੰਮ ਕਰਦੇ ਹਨ, ਜੋ ਆਖਦੇ ਹਨ ਕਿ ਇੱਥੋਂ ਸੰਗਰੂਰ ਜਾਓ, ਸੰਗਰੂਰ ਵਾਲੇ ਆਖਣਗੇ ਪਟਿਆਲੇ ਜਾਓ, ਅਤੇ ਪਟਿਆਲੇ ਵਾਲੇ ਮਰੀਜ਼ ਨੂੰ ਚੰਡੀਗੜ੍ਹ ਭੇਜ ਕੇ ਕਦੇ ਨਾ ਉਤਾਰਿਆ ਜਾ ਸਕਣ ਵਾਲਾ ਲੋਕਾਂ ਉੱਤੇ ਅਹਿਸਾਨ ਕਰ ਦਿੰਦੇ ਹਨ। ਲੁਟੇਰਿਆਂ ਜਾਂ ਜੋਕਾਂ ਦੇ ਰਾਜ ਦੀ ਚੌਥੀ ਪਛਾਣ ਇਹ ਹੁੰਦੀ ਹੈ ਕਿ ਕਰੋੜਾਂ ਦੀ ਜਨਸੰਖਿਆ ਨੂੰ ਕੇਵਲ ਇੱਕ ਹੀ ਅਜਿਹਾ ਟਿਕਾਣਾ ਮਿਲਦਾ ਹੈ ਜਿੱਥੇ ਮਾਹਿਰ ਡਾਕਟਰ ਮਿਲਦੇ ਹੋਣ ਅਤੇ ਜਿੱਥੋਂ ਮਰੀਜ਼ਾਂ ਦੇ ਤਸੱਲੀ ਬਖਸ਼ ਇਲਾਜ ਦੀ ਉਮੀਦ ਕੀਤੀ ਜਾ ਸਕਦੀ ਹੋਵੇ। ਪਰ ਅਜਿਹਾ ਹਸਪਤਾਲ ਦੂਰੀ ਅਤੇ ਪੈਸੇ ਪੱਖੋਂ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਹੁੰਦਾ ਹੈ। ਸਗੋਂ ਉੱਥੇ ਪਹੁੰਚੇ ਸੈਂਕੜੇ ਹੀ ਮਰੀਜ਼ ਸੜਕਾਂ ਉੱਤੇ ਦਿਨ ਰਾਤ ਕੱਟਣ ਲਈ ਮਜਬੂਰ ਹੁੰਦੇ ਹਨ। ਮਰੀਜ਼ਾਂ ਦੀ ਗਿਣਤੀ ਬੇਹਿਸਾਬ ਹੋਣ ਕਾਰਨ ਡਾਕਟਰਾਂ ਲਈ ਸੰਭਵ ਹੀ ਨਹੀਂ ਹੁੰਦਾ ਕਿ ਉਹ ਮਰੀਜ਼ਾਂ ਦੀ ਸਮੇਂ ਸਿਰ ਗੌਰ ਕਰ ਸਕਣ। ਮਾਂ ਨੂੰ ਤੰਦਰੁਸਤ ਦੇਖਣ ਲਈ ਅਸੀਂ ਆਪਣੀ ਪਹੁੰਚ ਵਿੱਚ ਆਉਣ ਵਾਲੇ ਕਈ ਡਾਕਟਰ ਅਤੇ ਹਸਪਤਾਲ ਬਦਲੇ, ਪਰ ਸਭ ਝਾੜ ਫੂਕ ਕਰਨ ਵਾਲੇ ਸਾਧ ਬਾਬਿਆਂ ਦੀ ਚੌਥੀ ਪੰਜਵੀਂ ਪੀੜ੍ਹੀ ਹੀ ਨਿਕਲੇ। ਉਹਨਾਂ ਨੇ ਤੀਰ ਤੁੱਕੇ ਲਾ ਕੇ ਸਾਡਾ ਵਕਤ ਹੀ ਬਰਬਾਦ ਕੀਤਾ। ਕੋਈ ਡਾਕਟਰ ਨਾ ਦੱਸ ਸਕਿਆ ਕਿ ਮਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਕਿਉਂ ਜਾ ਰਹੀ ਸੀ। ਅਜਿਹਾ ਬਿਲਕੁਲ ਨਹੀਂ ਹੈ ਕਿ ਮੈਡੀਕਲ ਸਾਇੰਸ ਕੋਲ ਮਾਂ ਨੂੰ ਬਚਾਉਣ ਦੀ ਯੋਗਤਾ ਹੀ ਨਹੀਂ ਸੀ। ਸਗੋਂ ਦੁਖਾਂਤ ਇਹ ਹੈ ਕਿ ਮੈਡੀਕਲ ਸਾਇੰਸ ਦੀ ਮੁਰਦੇ ਜਿਉਂਦੇ ਕਰਨ ਦੀ ਯੋਗਤਾ ਦਾ ਫਾਇਦਾ ਉਠਾਉਣਾ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੁੰਦਾ ਹੈ। ਜਿਹੜੀ ਵਿਸ਼ਾਲ ਜਨਤਾ ਦੀ ਕਿਰਤ ਕਮਾਈ ਉੱਤੇ ਪੂਰਾ ਦੇਸ਼ ਚੱਲਦਾ ਹੈ, ਉਹ ਕੀੜੇ ਮਕੌੜਿਆਂ ਵਾਂਗ ਮਰਨ ਲਈ ਮਜਬੂਰ ਹੈ। ਅੰਗਰੇਜ਼ਾਂ ਦੀ ਪਿੱਠੂ ਭਾਰਤੀ ਸਰਮਾਏਦਾਰ ਜਮਾਤ 1947 ਤੋਂ ਅੱਜ ਤੱਕ ਸਾਡੇ ਉੱਤੇ ਰਾਜ ਕਰ ਰਹੀ ਹੈ, ਜਿਸ ਦਾ ਉਦੇਸ਼ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਆਮ ਮਿਹਨਤਕਸ਼ ਜਨਤਾ ਨੂੰ ਸਰੀਰਕ ਮਾਨਸਿਕ ਤੌਰ ਤੇ ਦਬਾ ਕੇ ਰੱਖਣਾ ਹੈ ਅਤੇ ਉਹਨਾਂ ਨੂੰ ਸਿੱਖਿਆ, ਸੁਰੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਤੋਂ ਵਾਂਝੇ ਕਰਨਾ ਹੀ ਹੈ। ਮੇਰੇ ਕੁਝ ਸ਼ਬਦ ਸਿੱਧੇ ਬੁਰਜੂਆ ਹਾਕਮ ਜਮਾਤ ਲਈ ਹਨ। ਓਏ ਸੂਰੋ, ਹਰਾਮ ਦੇ ਕੁੱਤਿਓ, 70-75 ਸਾਲਾਂ ਵਿੱਚ ਤੁਸੀਂ ਜੋ ਆਪਣੇ ਨਿੱਜੀ ਸਵਾਰਥਾਂ ਲਈ ਕਿਰਤੀ ਲੋਕਾਂ ਨੂੰ ਕੁੱਟਿਆ ਲੁੱਟਿਆ ਹੈ, ਲੁਟੇਰੇ ਪਰਜੀਵੀਆਂ ਲਈ ਨਿੱਜੀਕਰਨ ਦੀਆਂ ਨੀਤੀਆਂ ਲਿਆਂਦੀਆਂ ਹਨ, ਇਸ ਦਾ ਸਿਲਾ ਤੁਹਾਨੂੰ ਜ਼ਰੂਰ ਭੁਗਤਣਾ ਪਵੇਗਾ। ਲੋਕਾਂ ਨੂੰ ਯਮਰਾਜ ਸਮਝੋ ਜੋ ਤੁਹਾਡੇ ਕੁਕਰਮਾਂ ਦਾ ਲੇਖਾ ਜੋਖਾ ਰੱਖਦੇ ਹਨ ਅਤੇ ਕਿਆਮਤ ਨੂੰ ਤੁਹਾਡੀਆਂ ਕਰਤੂਤਾਂ ਦਾ ਫਲ ਤੁਹਾਨੂੰ ਦੇਣਗੇ। ਅਸੀਂ ਉਹ ਲੋਕ ਹਾਂ ਜੋ ਮਰ ਕੇ ਵੀ ਆਪਣੇ ਲੋਕਾਂ ਵਿੱਚ ਧੜਕਦੇ ਰਹਿੰਦੇ ਹਾਂ। ਸਾਡੀਆਂ ਲਿਖਤਾਂ, ਸਾਡੇ ਬੋਲ, ਸਾਡੀਆਂ ਸੋਚ ਸਰਗਰਮੀਆਂ ਇਹਨਾਂ ਮਿਹਨਤਕਸ਼ ਲੋਕਾਂ ਨੂੰ ਜਾਂ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਹੱਕ ਇਨਸਾਫ ਦੀ ਜੰਗ ਲਈ ਜਥੇਬੰਦ ਜ਼ਰੂਰ ਕਰਨਗੀਆਂ। ਮੈਨੂੰ ਇਹ ਆਖਣ ਵਾਲੇ ਲੋਕ ਮਿਲਦੇ ਹਨ ਕਿ ਵਿਚਾਰ ਤੇਰੇ ਸਹੀ ਹਨ, ਪਰ ਭਲਾ ਇਹਨਾਂ ਨੂੰ ਕੌਣ ਸੁਣਦਾ ਹੈ? ਕਿਉਂਕਿ ਲੋਕਾਂ ਦੀ ਸੋਚ ਅਤੇ ਦੇਸ਼ ਦੀ ਹਾਲਤ ਬਹੁਤ ਖਰਾਬ ਹੈ, ਸੋ ਕੁਝ ਨਹੀਂ ਹੋ ਸਕਦਾ। ਇਹ ਮੈਂ ਕੁਝ ਲੋਕਾਂ ਤੋਂ ਸੁਣਦਾ ਰਿਹਾ ਹਾਂ, ਪਰ ਯਾਦ ਰੱਖੋ ਕਿ ਕਿਸੇ ਵੀ ਦੇਸ਼ ਵਿੱਚ ਜੋ ਕੁਝ ਵੀ ਚੰਗਾ ਹੈ, ਉਹ ਕੇਵਲ ਹੱਕ ਇਨਸਾਫ ਲਈ ਲਿਖਣ ਬੋਲਣ ਵਾਲੇ, ਇਸ ਉਦੇਸ਼ ਲਈ ਰਾਜਸੀ ਜਮਾਤ ਤੋਂ ਸਰੀਰਕ ਮਾਨਸਿਕ ਕਸ਼ਟ ਸਹਿਣ ਵਾਲੇ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਕਾਰਨ ਹੀ ਹੈ। ਇਹ ਜ਼ਰੂਰੀ ਨਹੀਂ ਕਿ ਸਾਡੀਆਂ ਸੋਚ ਸਰਗਰਮੀਆਂ ਦਾ ਲੋਕਾਂ ਉੱਤੇ ਪ੍ਰਭਾਵ ਸਾਲ 6 ਮਹੀਨਿਆਂ ਵਿੱਚ ਹੀ ਦੇਖਣ ਨੂੰ ਮਿਲੇ। ਕਈ ਵਾਰ ਲੋਕਾਂ ਨੂੰ ਚੇਤਨ ਹੋਣ ਅਤੇ ਚੇਤਨ ਹੋ ਕੇ ਜਥੇਬੰਦ ਹੋਣ ਵਿੱਚ ਪੀੜ੍ਹੀਆਂ ਹੀ ਲੰਘ ਜਾਂਦੀਆਂ ਹਨ। ਧਾਰਮਿਕ ਗ੍ਰੰਥਾਂ ਵਿੱਚ ਅਸ਼ਲੀਲ ਕਥਾ ਕਹਾਣੀਆਂ ਵੀ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਤੋਂ ਧਾਰਮਿਕ ਲੋਕਾਂ ਨੂੰ ਕਦੇ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਪਰ ਇੱਕ ਮਹਾਨ ਚਿੱਤਰਕਾਰ ਰਾਜਾ ਰਵੀ ਵਰਮਾ ਨੇ ਇਹਨਾਂ ਗ੍ਰੰਥਾਂ ਵਿੱਚ ਦਰਜ ਕਹਾਣੀਆਂ ਨੂੰ ਜਦ ਆਪਣੀਆਂ ਤਸਵੀਰਾਂ ਦੁਆਰਾ ਲੋਕਾਂ ਸਾਹਮਣੇ ਰੱਖਣਾ ਸ਼ੁਰੂ ਕਰ ਦਿੱਤਾ, ਤਦ ਧਾਰਮਿਕ ਭਾਵਨਾਵਾਂ ਭੜਕ ਉੱਠੀਆਂ ਅਤੇ ਉਸ ਚਿੱਤਰਕਾਰ ਦਾ ਭਾਰੀ ਵਿਰੋਧ ਹੋਇਆ ਸੀ। ਉਸ ਚਿੱਤਰਕਾਰ ਦੀ ਤਰ੍ਹਾਂ ਮੈਨੂੰ ਵੀ ਕੁਝ ਲੋਕਾਂ ਦੀ ਨਾਰਾਜ਼ਗੀ ਸਹਿਣੀ ਪਈ ਹੈ, ਭਾਵੇਂ ਕਿ ਸਿੱਧੇ ਅਤੇ ਅਸਪਸ਼ਟ ਰੂਪ ਵਿੱਚ ਨਾ ਸਹੀ, ਸਗੋਂ ਮੈਨੂੰ ਕੇਵਲ ਆਪਣੀ ਪਿੱਠ ਪਿੱਛੇ ਹੁੰਦੀ ਘੁਸਰ ਮੁਸਰ ਦੀਆਂ ਖਬਰਾਂ ਹੀ ਮਿਲੀਆਂ ਹਨ।
ਮੇਰੇ ਕੁਝ ਆਪਣੇ ਲੋਕਾਂ ਵਿੱਚ ਉਸ ਵਕਤ ਬੇਚੈਨੀ ਫੈਲ ਗਈ ਜਦ ਮੈਂ ਕਿਸੇ ਫੋਟੋਗ੍ਰਾਫਰ ਦੀ ਤਰ੍ਹਾਂ ਆਪਣੀ ਮਾਂ ਦੇ ਸੋਗ ਸਮਾਗਮ ਦੀ ਆਪਣੇ ਸ਼ਬਦਾਂ ਨਾਲ ਤਸਵੀਰ ਖਿੱਚੀ। ਕਿਵੇਂ ਰਿਹਾ ਅੱਜ ਦਾ ਦਿਨ ਸਿਰਲੇਖ ਹੇਠ ਮੈਂ ਜੋ ਕੁਝ ਸ਼ਬਦ ਲਿਖ ਕੇ ਸੋਸ਼ਲ ਮੀਡੀਆ ਉੱਤੇ ਸਾਂਝੇ ਕੀਤੇ ਸਨ, ਉਸ ਦੇ ਸ਼ਬਦ ਇਹ ਸਨ। ਕੁਝ ਮਨੋਂ ਤੜਫੇ ਰੋਏ ਪਰ ਕੁਝ ਅਦਾਕਾਰ ਹੀ ਨਿਕਲੇ। ਕੁਝ ਨੇ ਸੱਭਿਅਤਾ ਨੂੰ ਮਹੱਤਵ ਦਿੰਦੇ ਹੋਏ ਉਦਾਸ ਮਾਹੌਲ ਵਿੱਚ ਉਦਾਸ ਚਿਹਰਾ ਬਣਾਇਆ। ਕੁਝ ਨੇ ਵਿਆਹ ਵਰਗਾ ਆਨੰਦ ਮਾਣਿਆ ਅਤੇ ਕੁਝ ਨੇ ਖੂਬ ਹਾਸਾ ਠੱਠਾ ਕੀਤਾ। ਕਿਸੇ ਨੇ ਆਪਣੇ ਸ਼ੁਭ ਕਾਰਜ ਵਿੱਚ ਵਿਘਨ ਨਾ ਪਾਉਣ ਤੋਂ ਪਰਹੇਜ਼ ਕਰਦੇ ਹੋਏ ਇਸ ਅਸ਼ੁਭ ਕਾਰਜ ਨੂੰ ਆਪਣਾ ਨਾ ਸਮਝਦੇ ਹੋਏ ਇਸ ਦਾ ਬਾਈਕਾਟ ਕੀਤਾ। ਸੋ ਅੱਧੇ ਦਿਨ ਵਿੱਚ ਮਨੁੱਖਤਾ ਇਨਸਾਨੀਅਤ ਤੋਂ ਇਲਾਵਾ ਆਪਣੇ ਵੱਖੋ ਵੱਖਰੇ ਹੋਰ ਰੂਪਾਂ ਵਿੱਚ ਵੀ ਨਜ਼ਰ ਆਈ। ਇਹ ਸੀ ਮਾਂ ਦੇ ਸੋਗ ਸਮਾਗਮ ਦੀ ਉਹ ਤਸਵੀਰ ਜੋ ਮੈਂ ਆਪਣੇ ਸ਼ਬਦਾਂ ਦੁਆਰਾ ਲੋਕਾਂ ਦੇ ਸਾਹਮਣੇ ਰੱਖੀ। ਇਸ ਵਿੱਚ ਜੋ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ। ਮਾਂ ਦੇ ਸੋਗ ਸਮਾਗਮ ਦੌਰਾਨ ਮੈਂ ਲੋਕਾਂ ਨੂੰ ਸ਼ੀਸ਼ਾ ਦਿਖਾਇਆ। ਜੇਕਰ ਉਸ ਸ਼ੀਸ਼ੇ ਵਿੱਚ ਨਜ਼ਰ ਆਉਣ ਵਾਲੀਆਂ ਆਪਣੀਆਂ ਹੀ ਸ਼ਕਲਾਂ ਕੁਝ ਲੋਕਾਂ ਨੂੰ ਪਸੰਦ ਨਹੀਂ ਆਈਆਂ ਤਾਂ ਦੱਸੋ ਭਲਾ ਇਸ ਵਿੱਚ ਮੇਰਾ ਕੀ ਕਸੂਰ ਹੈ। ਓਏ ਡਰੇ ਸਹਿਮੇ ਲੋਕੋ, ਸੱਚ ਦਾ ਸਾਹਮਣਾ ਕਰਨ ਲਈ ਜਿਗਰਾ ਰੱਖਿਆ ਕਰੋ। ਜ਼ਿੰਦਗੀ ਦਾ ਸੱਚ ਦੇਖਣ ਸੁਣਨ ਦਾ ਹੌਸਲਾ ਤੁਹਾਡੇ ਵਿੱਚ ਨਹੀਂ ਹੈ, ਜਿਸ ਕਾਰਨ ਤੁਸੀਂ ਭਰਮ ਭੁਲੇਖਿਆਂ ਵਿੱਚ ਜੀਣ ਦੇ ਆਦੀ ਹੋ ਚੁੱਕੇ ਹੋ। ਤੁਸੀਂ ਮੈਨੂੰ ਲੱਖਣ ਦੇਣਾ ਚਾਹੁੰਦੇ ਹੋ ਕਿ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਲਿਖ ਕੇ ਨਹੀਂ ਸੀ ਪਾਉਣਾ ਚਾਹੀਦਾ ਮੈਨੂੰ, ਜਦ ਕਿ ਚਾਹੀਦਾ ਇਹ ਸੀ ਕਿ ਆਪਣੀ ਸਮਝ ਵਿੱਚ ਵਾਧਾ ਕਰਨ ਲਈ ਆਪਣਾ ਦਿਮਾਗ ਵਰਤਦੇ ਕਿ ਅਜਿਹਾ ਕਿਉਂ ਹੈ। ਕਿਉਂ ਬਹੁ ਗਿਣਤੀ ਲੋਕ ਦੂਜੇ ਲੋਕਾਂ ਦਾ ਦੁੱਖ ਮਹਿਸੂਸ ਨਹੀਂ ਕਰ ਸਕਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਮੁਨਾਫੇ ਦੀ ਦੌੜ ਵਿੱਚ ਸ਼ਾਮਲ ਕਰਨ ਵਾਲਾ ਪੂੰਜੀਵਾਦ ਅਤੇ ਇਸ ਦੀ ਸਰਪ੍ਰਸਤੀ ਹੇਠ ਪਲਦੀ ਲੋਕਾਂ ਦੀ ਧਾਰਮਿਕ ਅਤੇ ਗੈਰ ਵਿਗਿਆਨਕ ਸੋਚ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ ਦਾ ਕੰਮ ਕਰਦੀ ਹੈ। ਭਲਾ ਕਿਵੇਂ? ਪੂੰਜੀਵਾਦ ਵਿੱਚ ਲਾਜ਼ਮੀ ਸ਼ਰਤ ਹੈ ਕਿ ਜੇਕਰ ਤੁਸੀਂ ਤਰੱਕੀ ਕਰਨੀ ਹੈ ਤਾਂ ਦੂਜਿਆਂ ਨੂੰ ਲਤਾੜੋ ਅਤੇ ਪਛਾੜੋ। ਇਸ ਸਮਾਜ ਵਿੱਚ ਤੁਹਾਡੀ ਤਰੱਕੀ ਤਦ ਹੀ ਮੰਨੀ ਜਾ ਸਕਦੀ ਹੈ ਜਦ ਤੁਹਾਡੇ ਕੋਲ ਅਜਿਹੀ ਸੁੱਖ ਸੁਵਿਧਾ ਹੋਵੇ ਜੋ ਹੋਰ ਲੋਕਾਂ ਕੋਲ ਨਾ ਹੋਵੇ। ਕੀ ਇਹ ਨੁਕਤਾ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ? ਬਿਲਕੁਲ ਨਹੀਂ। ਦੂਜੇ ਪਾਸੇ ਪੂੰਜੀਵਾਦ ਦੀ ਸਰਪ੍ਰਸਤੀ ਹੇਠ ਪਲਦੀ ਲੋਕਾਂ ਦੀ ਧਾਰਮਿਕ ਅਤੇ ਗੈਰ ਵਿਗਿਆਨਕ ਸੋਚ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੀ ਹੈ। ਇਹ ਆਪਣਿਆਂ ਨੂੰ ਨਾ ਕੇਵਲ ਬੇਗਾਨੇ ਸਗੋਂ ਦੁਸ਼ਮਣ ਵੀ ਬਣਾ ਦਿੰਦੀ ਹੈ। ਕੁਝ ਉਦਾਹਰਨਾਂ ਲੈਂਦੇ ਹਾਂ ਕਿ ਇੱਥੇ ਕਿਸੇ ਕਾਰਜ ਲਈ ਇੱਕ ਆਦਮੀ ਤੁਰਦਾ ਹੈ ਤਦ ਛਿੱਕ ਮਾਰਨ ਵਾਲੇ ਕਿਸੇ ਦੂਜੇ ਆਦਮੀ ਤੋਂ ਨਫ਼ਰਤ ਕੀਤੀ ਜਾਂਦੀ ਹੈ। ਕੋਈ ਕਿਸੇ ਦੇ ਜੋਸ਼ੀਲੇ ਚੁਸਤ ਸਰੀਰ ਦੀ, ਕਿਸੇ ਦੇ ਕੰਮ ਜਾਂ ਵਸਤੂ ਦੀ ਪ੍ਰਸ਼ੰਸਾ ਕਰ ਜਾਏ ਤਦ ਪ੍ਰਸ਼ੰਸਾ ਦੇ ਪਾਤਰ ਬਣੇ ਵਿਅਕਤੀ ਵੱਲੋਂ ਪ੍ਰਸ਼ੰਸਾ ਕਰਨ ਵਾਲੇ ਦੇ ਪੂਰੇ ਖਾਨਦਾਨ ਪ੍ਰਤੀ ਨਫ਼ਰਤ ਦਾ ਇਜ਼ਹਾਰ ਕੀਤਾ ਜਾਂਦਾ ਹੈ ਕਿ ਇਹਨਾਂ ਲੋਕਾਂ ਦੀ ਨਜ਼ਰ ਬੜੀ ਬੁਰੀ ਹੈ। ਇੱਕ ਪਾਸੇ ਕਿਸੇ ਨੇ ਵਿਆਹ ਦਾ ਸ਼ੁਭ ਕਾਰਜ ਰੱਖਿਆ ਹੋਵੇ, ਦੂਜੇ ਪਾਸੇ ਕਿਸੇ ਦੋਸਤ ਰਿਸ਼ਤੇਦਾਰ ਦੀ ਮੌਤ ਹੋ ਜਾਏ, ਉਸ ਦੇ ਸੋਗ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਜਰਾ ਵੀ ਸਮਝ ਨਹੀਂ ਹੁੰਦੀ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਜਾਂ ਬੁਰਾ ਕਿਉਂ ਅਤੇ ਕਿਵੇਂ ਵਾਪਰਦਾ ਹੈ। ਸੋ ਇਹ ਲੋਕ ਨਵੇਂ ਖਰੀਦੇ ਮੋਟਰਸਾਈਕਲ ਨੂੰ ਵੀ ਘਰੋਂ ਕੱਢ ਦਿੰਦੇ ਹਨ ਕਿ ਜਦੋਂ ਤੋਂ ਇਹ ਖਰੀਦਿਆ ਹੈ ਘਰ ਵਿੱਚ ਕੁਝ ਵੀ ਚੰਗਾ ਨਹੀਂ ਹੋ ਰਿਹਾ, ਕੁਝ ਨਾ ਕੁਝ ਬੁਰਾ ਵਾਪਰਦਾ ਹੀ ਰਹਿੰਦਾ ਹੈ। ਇਹਨਾਂ ਲੋਕਾਂ ਮੁਤਾਬਕ ਦੁਨੀਆ ਦੀ ਬਰਬਾਦੀ ਦਾ ਕਾਰਨ ਪੜ੍ਹੇ ਲਿਖੇ ਲੋਕ ਅਤੇ ਸਾਇੰਸ ਹੀ ਹੁੰਦੀ ਹੈ। ਇਹ ਇੰਨੇ ਮਾਸੂਮ ਅਤੇ ਨਾ ਸਮਝ ਲੋਕ ਹੁੰਦੇ ਹਨ। ਗ੍ਰਾਫਿਕ ਡਿਜ਼ਾਈਨਿੰਗ ਦਾ ਮੇਰਾ ਕੰਮ ਹੈ। ਕਿਸੇ ਆਪਣੇ ਨੇ ਮੈਰਿਜ ਕਾਰਡ ਛਪਵਾਉਣ ਵਾਲਾ ਗਾਹਕ ਮੇਰੇ ਕੋਲ ਲਿਆਂਦਾ। ਮਾਂ ਵਿਛੜੀ ਨੂੰ ਕੁਝ ਹੀ ਦਿਨ ਹੋਏ ਸਨ। ਮੈਂ ਉਸ ਦੇ ਕਾਰਡ ਤਿਆਰ ਕਰਕੇ ਛਪਣ ਲਈ ਸੁਨਾਮ ਈਮੇਲ ਕਰ ਦਿੱਤੇ, ਜਿਸ ਪਿੱਛੋਂ ਉਸ ਗਾਹਕ ਦੀ ਇੱਛਾ ਪਤਾ ਚੱਲੀ ਕਿ ਉਹ ਮਰਗਤ ਵਾਲੇ ਘਰ ਵਿੱਚੋਂ ਕਾਰਡ ਨਹੀਂ ਸੀ ਪ੍ਰਾਪਤ ਕਰਨਾ ਚਾਹੁੰਦਾ। ਉਸਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਉਸ ਨੂੰ ਕਾਰਡ ਆਪਣੇ ਘਰ ਤੋਂ ਬਾਹਰ ਹੀ ਕਿਸੇ ਹੋਰ ਬੰਦੇ ਦੁਆਰਾ ਦੇਵਾਂ। ਤਦ ਮੈਂ ਤੁਰੰਤ ਕਾਰਡ ਛਾਪਣ ਵਾਲੇ ਮਿੱਤਰ ਨੂੰ ਸੁਨਾਮ ਕਾਲ ਕਰਕੇ ਆਖ ਦਿੱਤਾ ਕਿ ਕਾਰਡ ਨਹੀਂ ਛਪਣੇ ਅਤੇ ਉਸ ਗਾਹਕ ਨੂੰ ਮੈਂ ਆਖਿਆ ਕਿ ਉਹ ਕਿਸੇ ਅਜਿਹੇ ਬੰਦੇ ਤੋਂ ਕਾਰਡ ਛਪਵਾ ਲਵੇ ਜਿਸ ਦੇ ਘਰ ਕਦੇ ਕੋਈ ਮਰਗਤ ਨਾ ਹੋਈ ਹੋਵੇ। ਅਜਿਹੇ ਜਾਹਿਲ, ਅਨਪੜ੍ਹ ਅਤੇ ਮੂਰਖ ਲੋਕ ਆਪਣੇ ਆਪ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਆਪਣੇ ਹੱਕ ਇਨਸਾਫ ਲਈ ਲੜਨਾ ਛੱਡੋ, ਇਹ ਆਪਣੀਆਂ ਸਮੱਸਿਆਵਾਂ ਦੇ ਕਾਰਨ ਹੀ ਸਮਝ ਨਹੀਂ ਸਕਦੇ। ਸਾਡੇ ਵੱਲੋਂ ਕੀਤਾ ਜਾ ਰਿਹਾ ਗਿਆਨ ਵਿਗਿਆਨ ਦਾ ਪ੍ਰਚਾਰ ਪ੍ਰਸਾਰ ਇਹਨਾਂ ਦੀ ਨਵੀਂ ਪੀੜ੍ਹੀ ਦਾ ਹੀ ਜੀਵਨ ਸੁਧਾਰ ਸਕਦਾ ਹੈ, ਇਹਨਾਂ ਦਾ ਕਦੇ ਨਹੀਂ। ਮੇਰੇ ਹੁਣ ਤੱਕ ਦੇ ਜੀਵਨ ਵਿੱਚ ਬੜੇ ਜਲਜਲੇ ਅਤੇ ਤੂਫਾਨ ਆਏ ਹਨ। ਇਹਨਾਂ ਕਾਰਨ ਮੈਂ ਆਪਣੇ ਬੜੇ ਅਟੁੱਟ ਸਾਥ ਸਹਾਰੇ ਗਵਾਏ ਹਨ, ਜਿਨ੍ਹਾਂ ਤੋਂ ਬਿਨਾਂ ਮੈਂ
ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਸੀ ਕਰਦਾ। ਮੇਰੀ ਮਨੋਦਸ਼ਾ ਨੂੰ ਸਮਝਣ ਲਈ ਕਿਸੇ ਅਜਿਹੇ ਦ੍ਰਿਸ਼ ਦੀ ਕਲਪਨਾ ਕੀਤੀ ਜਾ ਸਕਦੀ ਹੈ ਜਿਸ ਵਿੱਚ ਕੋਈ ਬੱਚਾ ਆਪਣੇ ਮਾਪਿਆਂ ਅਤੇ ਭੈਣ ਭਰਾਵਾਂ ਨਾਲ ਅਣਜਾਣੇ ਰਾਹਾਂ ਦੀ ਸੈਰ ਕਰ ਰਿਹਾ ਹੋਵੇ, ਪਰ ਆਖਰ ਇੱਕ ਇੱਕ ਕਰਕੇ ਸਭ ਉਸ ਬੱਚੇ ਨੂੰ ਸੁੰਨਸਾਨ ਅਤੇ ਖੂੰਖਾਰ ਜਾਨਵਰਾਂ ਦੇ ਜੰਗਲ ਵਿੱਚ ਇਕੱਲਾ ਛੱਡ ਗਏ ਹੋਣ। ਅੱਜ ਮਾਪੇ ਨਹੀਂ ਰਹੇ ਅਤੇ ਭੈਣ ਭਰਾ ਆਪੋ ਆਪਣੇ ਘਰਾਂ ਦੇ ਮਾਲਕ ਹਨ। ਇਸ ਦੇ ਬਾਵਜੂਦ ਮੈਂ ਬਿਨਾਂ ਕਿਸੇ ਭਰਮ ਜਾਲ ਦੇ ਚਸ਼ਮੇ ਤੋਂ ਜ਼ਿੰਦਗੀ ਦੀ ਅੱਖ 'ਚ ਅੱਖ ਪਾ ਕੇ ਨਿਧੜਕ ਜੀ ਰਿਹਾ ਹਾਂ, ਕਿਉਂਕਿ 4 ਅਜਿਹੇ ਥੰਮ ਹਨ ਜਿਨ੍ਹਾਂ ਉੱਤੇ ਮੇਰਾ ਅਸਤਿਤਵ ਟਿਕਿਆ ਹੋਇਆ ਹੈ। ਪਹਿਲਾ ਥੰਮ ਹੈ ਮਾਂ ਤੋਂ ਮਿਲੀ ਦਲੇਰੀ, ਇਰਾਦਿਆਂ ਵਿੱਚ ਦ੍ਰਿੜਤਾ, ਬੁਰੇ ਤੋਂ ਬੁਰੇ ਹਾਲਾਤਾਂ ਨਾਲ ਜੂਝਣ ਦਾ ਹੌਸਲਾ ਅਤੇ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਅਤੇ ਬੇਵਸ ਨਾ ਸਮਝਣਾ। ਦੂਜਾ ਥੰਮ ਹੈ ਮਾਰਕਸ ਦੇ ਪਦਾਰਥਵਾਦੀ ਫਲਸਫੇ ਦਾ ਅਧਿਐਨ, ਜਿਸ ਨੇ ਮੈਨੂੰ ਜੀਣ ਦਾ ਮਕਸਦ ਦਿੱਤਾ ਹੈ। ਮਾਰਕਸਵਾਦੀ ਫਲਸਫਾ ਜੋ ਇਨਸਾਨ ਵਿੱਚ ਕੁਦਰਤ ਅਤੇ ਸਮਾਜ ਦੀ ਵਿਗਿਆਨਕ ਸਮਝ ਪੈਦਾ ਕਰਦਾ ਹੈ ਅਤੇ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵੱਸਦੇ ਲੋਕਾਂ ਦਾ ਮਨੋਵਿਗਿਆਨ ਸਮਝਣ ਦੇ ਯੋਗ ਬਣਾਉਂਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿ ਮਾਰਕਸ ਦਾ ਪਦਾਰਥਵਾਦੀ ਫਲਸਫਾ ਕਦੇ ਕੇਵਲ ਆਪਣੇ ਆਪ ਬਾਰੇ ਹੀ ਸੋਚਣ ਵਾਲਾ ਨਿੱਜਵਾਦੀ ਮਨੁੱਖ ਨਹੀਂ ਪੈਦਾ ਕਰਦਾ, ਸਗੋਂ ਇਹ ਮਨੁੱਖ ਨੂੰ ਲੋਕਾਂ ਦੇ ਦੁੱਖ ਸੁੱਖ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੀ ਬੁਨਿਆਦੀ ਸਮਝ ਬਖਸ਼ਦਾ ਹੈ, ਆਪਣੇ ਸਮਾਜ ਲਈ ਹੀ ਜੀਣ ਮਰਨ ਲਈ ਪ੍ਰੇਰਿਤ ਕਰਦਾ ਹੈ। ਮਾਰਕਸਵਾਦੀ ਵਿਅਕਤੀ ਆਪਣੇ ਸਮੂਹ ਵਿੱਚ ਭਾਵ ਕਿ ਆਪਣੇ ਲੋਕਾਂ ਵਿੱਚ ਅਭੇਦ ਹੋ ਜਾਂਦਾ ਹੈ, ਜਿਸ ਨਾਲ ਉਹ ਅਕਸਰ ਆਪਣੇ ਨਿੱਜੀ ਦੁੱਖ ਸੁੱਖ ਦਾ ਆਪਣੇ ਲੋਕਾਂ ਦੇ ਦੁੱਖ ਸੁੱਖ ਨਾਲ ਤੁਲਨਾਤਮਕ ਵਿਸ਼ਲੇਸ਼ਣ ਕਰਦਾ ਰਹਿੰਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਨਾ ਉਹ ਕਦੇ ਲੋੜ ਤੋਂ ਵੱਧ ਦੁਖੀ ਹੁੰਦਾ ਹੈ ਅਤੇ ਨਾ ਹੀ ਬੇਹੱਦ ਖੁਸ਼। ਇਨਸਾਨ ਸੰਜਮੀ ਬਣ ਜਾਂਦਾ ਹੈ ਅਤੇ ਉਸ ਦਾ ਮਾਜਨਾ ਵੱਡਾ ਅਤੇ ਅਸੀਮ ਹੋ ਜਾਂਦਾ ਹੈ। ਤੀਜਾ ਥੰਮ ਜੋ ਮੇਰੇ ਕੋਲ ਸ਼ਬਦਾਂ ਦੀ ਅਮੀਰੀ ਹੈ, ਆਪਣੀ ਦੁਖਾਂਤਕ ਮਨੋਦਸ਼ਾ ਨੂੰ ਬਾਖੂਬੀ ਬਿਆਨ ਕਰਨ ਦਾ ਸਲੀਕਾ ਮੇਰੇ ਕੋਲੇ ਹੈ, ਜਿਸ ਕਾਰਨ ਮੈਂ ਕਦੇ ਮਾਨਸਿਕ ਤਣਾਅ ਕਾਰਨ ਬਿਮਾਰ ਨਹੀਂ ਪੈਂਦਾ। ਚੌਥਾ ਥੰਮ ਮੇਰੇ ਆਪਣੇ ਲੋਕ ਹਨ। ਇਹ 4 ਉਹ ਥੰਮ ਹਨ ਜਿਨ੍ਹਾਂ ਉੱਤੇ ਮੈਂ ਜਿਉਂਦਾ ਹਾਂ, ਸੂਰਜ ਜਿਉਂ ਦਗਦਾ ਅਤੇ ਮਗਦਾ ਹਾਂ। ਬੁਰਜੂਆ ਰਾਜਸੀ ਜਮਾਤ ਲਈ ਅਸੀਂ ਕੇਵਲ ਕੀੜੇ ਮਕੌੜੇ ਹਾਂ, ਇਸ ਲਈ ਸਿਹਤ ਸਹੂਲਤਾਂ ਸਾਡੀ ਪਹੁੰਚ ਤੋਂ ਬਹੁਤ ਦੂਰ ਹਨ। ਪਰ ਮੈਂ ਤੁਹਾਨੂੰ ਇਹ ਸੁਝਾਅ ਵੀ ਨਹੀਂ ਦੇ ਸਕਦਾ ਕਿ ਸਾਧ ਬਾਬਿਆਂ ਵਾਂਗ ਤੀਰ ਤੁੱਕੇ ਲਾਉਣ ਵਾਲੇ ਇਹਨਾਂ ਡਾਕਟਰਾਂ ਅਤੇ ਹਸਪਤਾਲਾਂ ਵਿੱਚ ਸਮੇਂ, ਪੈਸੇ ਅਤੇ ਜ਼ਿੰਦਗੀਆਂ ਦੀ ਬਰਬਾਦੀ ਕਰਵਾਉਣ ਤੋਂ ਬਚਣ ਲਈ ਆਪਣੀ ਸਿਹਤ ਦਾ ਪਹਿਲਾਂ ਹੀ ਧਿਆਨ ਰੱਖੋ, ਤਾਂ ਜੋ ਤੁਹਾਨੂੰ ਇਹਨਾਂ ਦੀ ਕਦੇ ਲੋੜ ਹੀ ਨਾ ਪਵੇ। ਇਹ ਸੁਝਾਅ ਜਾਇਜ਼ ਨਹੀਂ ਹੈ। ਅਜਿਹਾ ਸੰਭਵ ਨਹੀਂ, ਕਿਉਂਕਿ ਅਜੋਕੇ ਮੁਨਾਫਾ ਆਧਾਰਿਤ ਸਮਾਜ ਵਿੱਚ ਸਾਡੀਆਂ ਖੁਰਾਕਾਂ ਵੀ ਜ਼ਹਿਰੀਲੀਆਂ ਹਨ। ਬਦਲ ਕੇਵਲ ਇੱਕ ਹੀ ਹੈ, ਸਮਾਜਵਾਦੀ ਇਨਕਲਾਬ, ਜਿਸ ਵਿੱਚ ਖੁਰਾਕਾਂ ਮੁਨਾਫੇ ਲਈ ਨਹੀਂ ਸਗੋਂ ਕੇਵਲ ਲੋੜ ਲਈ ਹੀ ਪੈਦਾ ਕਰਨ ਦਾ ਨਿਯਮ ਹੋਵੇਗਾ। ਲੋਕਾਂ ਦੇ ਰਾਜ ਵਿੱਚ ਜ਼ਿੰਦਗੀ ਅਤੇ ਤੰਦਰੁਸਤੀ ਨੂੰ ਤਲਾਸ਼ਦੇ ਲੋਕਾਂ ਨੂੰ ਨਿੱਤ ਨਵੇਂ ਡਾਕਟਰ ਅਤੇ ਹਸਪਤਾਲ ਬਦਲਣ ਦੀ ਕੋਈ ਲੋੜ ਨਹੀਂ ਪਵੇਗੀ, ਸਗੋਂ ਦੂਰੀ ਅਤੇ ਪੈਸੇ ਪੱਖੋਂ ਹਮੇਸ਼ਾ ਉਹਨਾਂ ਦੀ ਪਹੁੰਚ ਵਿੱਚ ਹੀ ਸਿਹਤ ਸਹੂਲਤਾਂ ਹੋਣਗੀਆਂ। ਦੂਜੇ ਸ਼ਬਦਾਂ ਵਿੱਚ ਇਹ ਕਿ ਪਿਆਸੇ ਪਾਣੀ ਲਈ ਨਹੀਂ, ਸਗੋਂ ਪਾਣੀ ਖੁਦ ਪਿਆਸਿਆਂ ਦੀ ਭਾਲ ਵਿੱਚ ਹੋਵੇਗਾ।